Hello everyone, welcome to Victor's Knowledge. This is Chinu Sharma. So today we are going to take up a revision session in the form of MCQs on the topic of polity. So now let's get started. ਜਿਹੜੇ ਆਪਾਂ MCQ ਕਰ ਰਹੇ ਹਾਂ ਇਹਦੇ ਵਿੱਚ ਮੈਂ ਟਰਾਈ ਕੀਤਾ ਕਿ ਹਰ ਇੰਪੋਰਟੈਂਟ ਏਰੀਆ ਕਵਰ ਹੋ ਜਵੇ PSSB ਦਾ ਕੋਈ ਵੀ ਐਗਜ਼ਾਮ ਆ ਤੁਹਾਡੀ ਵਧੀਆ ਤਰੀਕੇ ਦੇ ਨਾਲ ਵਧੀਆ ਲੈਵਲ ਦੇ ਕੁਐਸਚਨਸ ਦੇ ਨਾਲ ਤਿਆਰੀ ਹੋਵੇ ਪੋਲਿਟੀ ਦੀ ਕਨਸੈਪਟਸ ਆਪਾਂ ਆਲਰੇਡੀ ਸਾਰੇ ਕਰ ਚੁੱਕੇ ਹਾਂ ਹੁਣ ਜੇ ਬਾਈ ਚਾਂਸ ਕੋਈ ਕਨਸੈਪਟ ਰਹਿੰਦਾ ਵੀ ਆ ਜਾਂ ਕਿਸੇ ਹੋਰ ਪੇਪਰ ਲਈ ਵੀ ਤੁਸੀਂ ਪੋਲਿਟੀ ਤਿਆਰ ਕਰ ਰਹੇ ਹੋ ਤਾਂ ਇਹ MCQs ਦੇ ਨਾਲ ਤੁਹਾਡਾ ਹਰ ਏਰੀਆ ਟੱਚ ਹੋ ਜੂ ਸੋ ਨਾਓ ਲੈਟਸ ਗੈਟ ਸਟਾਰਟਡ ਸਭ ਤੋਂ ਪਹਿਲਾਂ ਆਪਾਂ ਬੇਸਿਕ ਕਨਸੈਪਟ ਨੇ ਜਿਹੜੇ ਸੰਵਿਧਾਨ ਦਾ ਬਿਲਕੁਲ ਇੰਟਰੋਡਕਟਰੀ ਪਾਰਟ ਹੈ ਉਹਦੇ MCQ ਦੇਖਦੇ ਹਾਂ who was the chairman of drafting committee of the constituent assembly very important ਇਹ ਟੌਪਿਕ ਨਿਕਲਦਾ ਹੈ ਜਦੋਂ ਆਪਾਂ ਸੰਵਿਧਾਨ ਦਾ ਬੈਕਗ੍ਰਾਉਂਡ ਪੜ੍ਹਦੇ ਹਾਂ ਸੋ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਸੀ ਜਿਨ੍ਹਾਂ ਨੇ ਬੈਠ ਕੇ ਮਿਲ ਕੇ ਆਲਮੋਸਟ 2 ਸਾਲ ਤੋਂ ਜ਼ਿਆਦਾ ਸਮਾਂ ਲਗਾ ਕੇ ਬਹੁਤ ਡੀਟੇਲ ਵਿੱਚ ਆਪਣਾ ਸੰਵਿਧਾਨ ਤਿਆਰ ਕੀਤਾ ਉਸ ਕਮੇਟੀ ਦੇ ਚੇਅਰਮੈਨ ਸੀ ਡਾਕਟਰ BR ਅੰਬੇਦਕਰ ਆਪਸ਼ਨ ਸੀ ਕਿੰਨੇ ਮੈਂਬਰ ਸੀ ਕਨਸਟੀਟਿਊਟ ਅਸੈਂਬਲੀ ਦੇ ਜਿਨ੍ਹਾਂ ਨੇ ਸੰਵਿਧਾਨ ਨੂੰ ਸਾਈਨ ਕੀਤਾ ਸੋ ਕੁੱਲ ਸੀ 284 ਆਪਸ਼ਨ A permanent president of constituent assembly was OC Dr. Rajendra Prasad option B again very important for exam who among the following is empowered to establish interstate council under article 263 of constitution of India ਜਿਹੜਾ ਇੰਟਰਸਟੇਟ ਕਾਉਂਸਲ ਹੈ ਇਹਨੂੰ ਲੈ ਕੇ ਆਪਾਂ ਦੋ ਤਿੰਨ ਇੰਪੋਰਟੈਂਟ ਫੈਕਟਸ ਵੀ ਦੇਖ ਲੈਂਦੇ ਆ ਇੱਕ ਤਾਂ ਇਹ ਸਰਕਾਰੀਆ ਕਮਿਸ਼ਨ ਦੀ ਰეკਮੈਂਡੇਸ਼ਨ ਦੇ ਉੱਤੇ ਭਾਰਤ ਦੇ ਅੰਦਰ 1990 ਚ ਇਸਟੈਬਲਿਸ਼ ਕੀਤਾ ਗਿਆ ਰਾਸ਼ਟਰਪਤੀ ਆਪਸ਼ਨ ਸੀ ਇਹਦਾ ਰਾਈਟ ਆਨਸਰ ਹੈ ਰਾਸ਼ਟਰਪਤੀ ਦੇ ਕੋਲ ਪਾਵਰ ਹੈ ਜੇ ਕਦੇ ਉਹਨਾਂ ਨੂੰ ਲੱਗੇ ਕਿ ਸੈਂਟਰ ਤੇ ਸਟੇਟ ਦੇ ਰਿਸ਼ਤਿਆਂ ਦੇ ਵਿੱਚ ਇੱਕ ਕਾਮਨ ਕੋਈ ਕੋਆਪਰੇਸ਼ਨ ਲੈ ਕੇ ਆਉਣ ਦੀ ਜ਼ਰੂਰਤ ਹੈ ਤੇ ਉਹਦੇ ਲਈ ਆਪਾਂ ਨੂੰ ਇੱਕ ਕਾਉਂਸਲ ਦਾ ਗਠਨ ਕਰਨਾ ਚਾਹੀਦਾ ਹੈ ਇੱਕ ਬਾਡੀ ਦਾ ਜਿਹੜਾ ਇੱਕ ਬੈਲੈਂਸ ਬਣਾ ਸਕੇ ਸੈਂਟਰ ਤੇ ਸਟੇਟ ਤਾਂ ਰਾਸ਼ਟਰਪਤੀ ਇੰਟਰਸਟੇਟ ਕਾਉਂਸਲ ਇਸਟੈਬਲਿਸ਼ ਕਰ ਸਕਦੇ ਨੇ ਭਾਰਤ ਦੇ ਅੰਦਰ 1990 ਚ ਕੀਤਾ ਗਿਆ ਔਨ ਦ ਰეკਮੈਂਡੇਸ਼ਨ ਆਫ ਸਰਕਾਰੀਆ ਕਮਿਸ਼ਨ ਇੱਕ ਹੋਰ ਇੰਪੋਰਟੈਂਟ ਕੁਐਸਚਨ ਜੋ ਕਈ ਵਾਰੀ ਪੇਪਰ ਚ ਆ ਜਾਂਦਾ ਇੰਟਰਸਟੇਟ ਕਾਉਂਸਲ ਦੇ ਚੇਅਰਪਰਸਨ ਕੌਣ ਹੋਣਗੇ ਸੋ ਚੇਅਰਮੈਨ ਹੋਣਗੇ ਪ੍ਰਧਾਨ ਮੰਤਰੀ ਪ੍ਰਾਈਮ ਮਿਨਿਸਟਰ ਆਫ ਇੰਡੀਆ ਆਪਸ਼ਨ C is the right answer here president of India ਜਿਨ੍ਹਾਂ ਦੇ ਕੋਲ ਪਾਵਰ ਹੈ ਇੰਟਰਸਟੇਟ ਕਾਉਂਸਲ ਨੂੰ ਤਿਆਰ ਕਰਨ ਦੀ ਇੱਕ ਵਾਰੀ ਤਿਆਰ ਕਰਤਾ ਫਿਰ ਰਾਸ਼ਟਰਪਤੀ ਜਿਹੜੀ ਅੱਗੇ ਉਹਨੂੰ ਚਲਾਉਣ ਦੀ ਪਾਵਰ ਹੈ ਉਹ ਪ੍ਰਾਈਮ ਮਿਨਿਸਟਰ ਦੇ ਕੋਲ ਟ੍ਰਾਂਸਫਰ ਕਰ ਦਿੰਦੇ ਨੇ ਨੈਕਸਟ ਇਜ਼ which of the following statement about all India service is correct all India service ਤਿਆਰ ਕੀਤੀ ਜਾ ਸਕਦੀ ਹੈ ਜੇ ਪਾਰਲੀਮੈਂਟ ਇਹਦੇ ਰਿਗਾਰਡਿੰਗ ਐਕਟ ਪਾਸ ਕਰ ਦੇਵੇ ਕਾਫੀ ਸਮੇਂ ਤੋਂ ਸਿੰਗਲ ਜੁਡੀਸ਼ਰੀ ਦੇ ਐਂਟਰੈਂਸ ਟੈਸਟ ਦੀ ਗੱਲ ਹੋ ਰਹੀ ਹੈ ਪਰ ਹਜੇ ਤੱਕ ਇਹਨੂੰ ਫਾਰਮਲੀ ਲਾਗੂ ਨਹੀਂ ਕੀਤਾ ਗਿਆ ਇਹਨੂੰ ਲੈ ਕੇ ਕੋਈ ਲਾਅ ਪਾਸ ਨਹੀਂ ਕੀਤਾ ਗਿਆ ਪਰ ਜੇ ਕਦੇ ਸਰਕਾਰ ਚਾਹੇ ਤਾਂ ਪਾਰਲੀਮੈਂਟ ਦੇ ਵਿੱਚ ਇਹ ਪ੍ਰਸਤਾਵ ਰੱਖ ਸਕਦੀ ਹੈ ਐਕਟ ਤਿਆਰ ਕਰ ਸਕਦੀ ਹੈ ਕਿ ਅਲੱਗ-ਅਲੱਗ ਕੋਈ ਸਟੇਟਸ ਤੇ ਆਪਣੇ ਜਿਵੇਂ ਪਬਲਿਕ ਸਰਵਿਸ ਕਮਿਸ਼ਨ ਦੇ ਐਗਜ਼ਾਮ ਹੁੰਦੇ ਨੇ PCS ਹੋ ਗਿਆ ਅਲੱਗ-ਅਲੱਗ ਸਟੇਟਸ ਦੇ ਆਪਾਂ ਨੂੰ ਪਤਾ ਹੈ ਸਿਵਲ ਸਰਵੈਂਟਸ ਦੇ ਲਈ ਜੇ ਸਟੇਟ ਚਾਹੇ ਤਾਂ ਉਹਨੂੰ ਖਤਮ ਕਰਕੇ ਪੂਰੇ ਇੰਡੀਆ ਦਾ ਇੱਕ ਸਿੰਗਲ ਐਂਟਰੈਂਸ ਐਗਜ਼ਾਮ ਆਲ ਇੰਡੀਆ ਸਰਵਿਸਿਜ਼ ਦਾ ਲੈ ਕੇ ਆ ਸਕਦੀ ਹੈ ਐਗਜ਼ੈਕਟਿਵ ਦੇ ਲਈ ਵੀ ਤੇ ਜੁਡੀਸ਼ਰੀ ਦੇ ਲਈ ਵੀ ਐਗਜ਼ੈਕਟਿਵ ਦੇ ਲਈ ਭਾਰਤ ਦੇ ਅੰਦਰ ਆਲਰੇਡੀ UPSC ਹੈ IS ਦਾ ਜਿਵੇਂ IPS ਦੇ ਲਈ ਐਗਜ਼ਾਮ ਹੁੰਦਾ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਦੁਆਰਾ ਜੁਡੀਸ਼ਰੀ ਦੇ ਲਈ ਇਹ ਜਿਹਾ ਕੋਈ ਸੈਟਅਪ ਨਹੀਂ ਹੈ ਸੋ ਕਾਫੀ ਟਾਈਮ ਤੋਂ ਜੁਡੀਸ਼ਰੀ ਨੂੰ ਲੈ ਕੇ ਦੀ ਡਿਮਾਂਡ ਆ ਰਹੀ ਹੈ ਪੇਪਰ ਦੇ ਲਈ ਤੁਸੀਂ ਯਾਦ ਰੱਖਣਾ ਬਾਈ ਚਾਂਸ ਤੁਹਾਨੂੰ ਕੁਐਸਚਨ ਆ ਜਾਏ ਕਰੰਟ ਬੇਸਡ ਦੀ whether there is single unified all India service examination for judiciary so ਉਹਦਾ ਆਨਸਰ ਰਹੂਗਾ no the principle that the Constitution of India has basic structure or features which could not be amended was laid down in which of the following judgment ਕਿਹੜੇ ਕੇਸ ਦੇ ਅੰਦਰ ਕਿਹਾ ਗਿਆ ਸੀ ਕਿ ਜਿਹੜੇ ਸੰਵਿਧਾਨ ਦੇ ਬੇਸਿਕ ਸਟਰਕਚਰ ਦੇ ਫੀਚਰ ਨੇ ਉਹਨਾਂ ਨੂੰ ਆਪਾਂ ਕੋਈ ਵੀ ਅਮੈਂਡਮੈਂਟ ਪਾਸ ਕਰਕੇ ਬਦਲ ਨਹੀਂ ਸਕਦੇ ਇਹ ਸੀ ਕੇਸ਼ਵ ਨੰਦਾ ਭਾਰਤੀ ਵਰਸਸ ਸਟੇਟ ਆਫ ਕੇਰਲਾ 1973 ਦੀ ਇੰਪੋਰਟੈਂਟ ਲੈਂਡਮਾਰਕ ਸੁਪਰੀਮ ਕੋਰਟ ਦੀ ਜਜਮੈਂਟ ਨੈਕਸਟ ਇਜ਼ ਜ਼ੋਨਲ ਕਾਉਂਸਲ ਨੂੰ ਲੈ ਕੇ ਕਿਹੜਾ ਫੀਚਰ ਗਲਤ ਹੈ ਸੋ ਦੈਟ ਇਜ਼ ਆਪਸ਼ਨ A ਆਪਸ਼ਨ A ਕਹਿ ਰਿਹਾ ਕਿ ਜ਼ੋਨਲ ਕਾਉਂਸਲ ਇੱਕ ਕਨਸਟੀਟਿਊਸ਼ਨਲ ਬਾਡੀ ਹੈ ਪਰ ਇਹ ਬਿਲਕੁਲ ਗਲਤ ਹੈ ਕਿਉਂਕਿ ਜ਼ੋਨਲ ਕਾਉਂਸਲ ਸਟੇਟ ਰੀਆਰਗੇਨਾਈਜੇਸ਼ਨ ਐਕਟ 1956 ਦੇ ਅੰਤਰਗਤ ਇਸ ਲੈਜਿਸਲੇਸ਼ਨ ਦੇ ਅੰਦਰ ਤਿਆਰ ਕੀਤਾ ਸੀ ਸੋ ਇਹ ਇੱਕ ਸਟੈਚੂਟਰੀ ਬਾਡੀ ਹੈ ਨਾ ਕਿ ਕਨਸਟੀਟਿਊਸ਼ਨਲ ਬਾਡੀ ਹੈ Next is which of the following are subjects in concurrent list under 7th schedule of Constitution of India ਸੋ ਇਹਨਾਂ ਤਿੰਨਾਂ ਦੇ ਵਿੱਚੋਂ ਜਿਹੜੀ ਤੀਜੀ ਲਿਸਟ ਹੈ concurrent ਜਿਹਦੇ ਸੈਂਟਰ ਤੇ ਸਟੇਟ ਦੋਨਾਂ ਦਾ ਹੱਕ ਹੈ
law ਤਿਆਰ ਕਰਨ ਦਾ, ਕੋਈ ਰੂਲ ਬਣਾਉਣ ਦਾ, ਡਿਸੀਜਨ ਲੈਣ ਦਾ, ਉਹਦੇ ਵਿੱਚ ਇਹਨਾਂ ਤਿੰਨਾਂ ਚੋਂ ਆਉਂਦਾ ਇੱਕ ਤਾਂ ਇਕਨੋਮਿਕ ਤੇ ਸੋਸ਼ਲ ਪਲੈਨਿੰਗ, ਦੂਜਾ ਟ੍ਰੇਡ ਯੂਨੀਅਨ, ਇੰਡਸਟਰੀਅਲ ਤੇ ਲੇਬਰ ਡਿਸਪਿਊਟ। ਸੋ ਆਪਸ਼ਨ B is the right answer. Which part of Indian Constitution mention center state relation? Center state relation ਦੀ ਗੱਲ ਹੋ ਰਹੀ ਹੈ ਪਾਰਟ 11 ਦੇ ਅੰਦਰ। Next is ਕਿਹੜੇ ਕੇਸਿਸ ਦੇ ਵਿੱਚ ਪਾਰਲੀਮੈਂਟ ਸਟੇਟ ਲਿਸਟ ਦੇ ਸਬਜੈਕਟ ਉੱਪਰ ਵੀ ਲਾਅ ਬਣਾ ਸਕਦੀ ਹੈ? This is very very important. ਸੋ ਇਹਦੇ ਵਿੱਚੋਂ ਫਰਸਟ ਤੇ ਥਰਡ ਇਹ ਦੋ ਜੇ ਕੇਸਿਸ ਹੁੰਦੇ ਨੇ ਤਾਂ ਜਿਹੜੀ ਪਾਰਲੀਮੈਂਟ ਹੈ, ਯੂਨੀਅਨ ਹੈ, ਉਹਦੇ ਕੋਲ ਹੱਕ ਹੁੰਦਾ ਹੈ ਕਿ ਉਹ ਸਟੇਟ ਲਿਸਟ ਵਾਲੇ ਸਬਜੈਕਟ ਉੱਤੇ ਲਾਅ ਬਣਾ ਸਕਦੀ ਹੈ। ਇੱਕ ਤਾਂ ਨੰਬਰ 1 ਜੇ ਰਾਜ ਸਭਾ ਨੂੰ ਲੱਗੇ ਕਿ ਉਹ ਸਬਜੈਕਟ ਹੈ ਜਿਹੜਾ ਸਟੇਟ ਲਿਸਟ ਦਾ, ਉਹਦੇ ਉੱਤੇ ਜ਼ਰੂਰੀ ਹੈ ਕਿ ਪਾਰਲੀਮੈਂਟ ਲਾਅ ਬਣਾਵੇ ਜਾਂ ਯੂਨੀਅਨ ਇੰਟਰਫੇਅਰ ਕਰੇ ਇਨ ਦ ਨੈਸ਼ਨਲ ਇੰਟਰਸਟ। ਦੂਜਾ ਜੇ ਦੇਸ਼ ਵਿੱਚ ਨੈਸ਼ਨਲ ਐਮਰਜੈਂਸੀ ਲੱਗੀ ਹੋਈ ਹੈ ਤਾਂ ਉੱਥੇ ਸਟੇਟ ਦੀ ਸਰਕਾਰ ਦੇ ਸਾਰੀਆਂ ਪਾਵਰ ਰੱਦ ਹੋ ਜਾਂਦੀਆਂ ਨੇ ਤੇ ਟੇਕ ਓਵਰ ਕਰ ਲੈਂਦੀ ਹੈ ਯੂਨੀਅਨ। ਸੋ ਆਪਸ਼ਨ D is the right answer. With reference to financial emergency provision in Indian Constitution, consider the following statement. Financial emergency ਨੂੰ ਲੈ ਕੇ ਇਹਨਾਂ ਤਿੰਨਾਂ ਦੇ ਵਿੱਚੋਂ ਜਿਹੜੀ ਸਟੇਟਮੈਂਟ ਸਹੀ ਹੈ that is option 3. ਕੋਈ ਵੀ ਮੈਕਸਿਮਮ ਪੀਰੀਅਡ ਲਿਮਿਟ ਨਹੀਂ ਰੱਖੀ ਹੋਈ ਇਹਦੇ ਆਪਰੇਸ਼ਨ ਦੇ ਲਈ। ਫਾਈਨੈਂਸ਼ੀਅਲ ਐਮਰਜੈਂਸੀ ਕਦੋਂ ਤੱਕ ਲੱਗੂ, ਕਦੋਂ ਠੀਕ ਹੋਊਗੀ? ਜਦੋਂ ਤੱਕ ਦੇਸ਼ ਦੀ ਆਰਥਿਕ ਹਾਲਤ ਨਹੀਂ ਠੀਕ ਹੁੰਦੀ ਉਦੋਂ ਤੱਕ ਫਾਈਨੈਂਸ਼ੀਅਲ ਐਮਰਜੈਂਸੀ ਲੱਗੀ ਰਹਿ ਸਕਦੀ ਹੈ। ਇੱਕ ਹੋਰ ਇੰਪੋਰਟੈਂਟ ਚੀਜ਼, ਇੰਡੀਆ ਦੇ ਅੰਦਰ ਅੱਜ ਤੱਕ ਇੱਕ ਵਾਰ ਵੀ ਫਾਈਨੈਂਸ਼ੀਅਲ ਐਮਰਜੈਂਸੀ ਨਹੀਂ ਲੱਗੀ। ਇਹ ਵੀ ਕੁਐਸਚਨ ਪੇਪਰ 'ਚ ਆ ਜਾਂਦਾ ਹੈ। ਆਪਸ਼ਨ C is the right answer. ਭਾਰਤ ਸਰਕਾਰ ਨੇ ਨੀਤੀ ਆਯੋਗ ਕਿਸ ਕਮਿਸ਼ਨ ਨੂੰ, ਕਿਸ ਬੋਡੀ ਨੂੰ ਰੀਪਲੇਸ ਕਰਕੇ ਇਸਟੈਬਲਿਸ਼ ਕੀਤਾ ਹੈ? ਵੈਰੀ ਇੰਪੋਰਟੈਂਟ, ਨੀਤੀ ਆਯੋਗ ਇਸਟੈਬਲਿਸ਼ ਕੀਤਾ ਹੈ ਪੁਰਾਣੇ ਪਲੈਨਿੰਗ ਕਮਿਸ਼ਨ ਨੂੰ ਰੀਪਲੇਸ ਕਰਕੇ। ਆਪਸ਼ਨ D. ਆਰਟੀਕਲ 352 ਕਿਸ ਚੀਜ਼ ਨਾਲ ਡੀਲ ਕਰਦਾ? ਸੋ ਇਹ ਡੀਲ ਕਰਦਾ ਜਿਹੜੀ ਸਿੰਪਲ ਨੈਸ਼ਨਲ ਜਨਰਲ ਐਮਰਜੈਂਸੀ ਹੁੰਦੀ ਹੈ। ਆਪਸ਼ਨ D is the right answer. ਨੈਕਸਟ ਇਜ਼ ਵੈਰੀ ਇੰਪੋਰਟੈਂਟ, ਕਿਹੜੇ ਕੇਸ ਦੇ ਅੰਦਰ ਕਿਹਾ ਗਿਆ ਸੀ ਕਿ ਪਾਰਲੀਮੈਂਟ ਦੇ ਕੋਲ ਕੋਈ ਹੱਕ ਨਹੀਂ ਹੈ ਕਿ ਉਹ ਸੰਵਿਧਾਨ ਦੇ ਪਾਰਟ 3 ਦੀਆਂ ਪ੍ਰੋਵੀਜ਼ਨ ਨੂੰ ਅਮੈਂਡ ਕਰ ਸਕੇ, ਉਹਨਾਂ ਦੇ ਅੰਦਰ ਕੋਈ ਚੇਂਜ ਲੈ ਕੇ ਆ ਸਕੇ? ਫਰਸਟਲੀ ਤੁਸੀਂ ਰਿਵਾਈਜ਼ ਕਰੋ, ਯਾਦ ਕਰੋ ਫਟਾਫਟ ਕਿ ਪਾਰਟ 3 ਕਿਸ ਚੀਜ਼ ਨਾਲ ਡੀਲ ਕਰਦਾ। ਪਾਰਟ 3 ਡੀਲ ਕਰਦਾ ਆਪਣੇ ਮੌਲਿਕ ਅਧਿਕਾਰਾਂ ਦੇ ਨਾਲ, ਫੰਡਾਮੈਂਟਲ ਰਾਈਟ, ਜਿਹੜੇ ਆਰਟੀਕਲ 12 ਤੋਂ ਲੈ ਕੇ ਆਰਟੀਕਲ 35 ਤੱਕ ਨੇ। ਇਹ ਕੇਸ ਹੈ ਗੋਲਕਨਾਥ ਵਰਸਸ ਸਟੇਟ ਆਫ ਪੰਜਾਬ, ਪਰ ਬਾਅਦ ਵਿੱਚ ਹੋਰ ਲੈਂਡਮਾਰਕ ਡਿਸੀਜਨ ਆਏ ਜਿਨ੍ਹਾਂ ਨੇ ਇਸ ਕੇਸ ਦੀ ਜਜਮੈਂਟ ਨੂੰ ਅਨਕਨਸਟੀਟਿਊਸ਼ਨਲ ਕਹਿਤਾ, ਇਨਵੈਲਿਡ ਕਹਿਤਾ ਤੇ ਫਿਰ ਇਹ ਡਿਸੀਜਨ ਆਇਆ ਕਿ ਪਾਰਲੀਮੈਂਟ ਦੇ ਕੋਲ ਪਾਵਰ ਹੈ ਕਿ ਉਹ ਸੰਵਿਧਾਨ ਦੇ ਦਾਇਰੇ ਦੇ ਅੰਦਰ ਰਹਿੰਦੇ ਹੋਏ ਜੇ ਕਦੇ ਜ਼ਰੂਰਤ ਪਵੇ ਤਾਂ ਕੋਈ ਫੰਡਾਮੈਂਟਲ ਰਾਈਟ ਨੂੰ ਰੱਦ ਡਿਕਲੇਅਰ ਕਰ ਸਕਦੀ ਹੈ, ਇਲੀਗਲ ਜਾਂ ਉਹਨੂੰ ਰਿਪਲੇਸ ਕਰ ਸਕਦੀ ਹੈ, ਕੋਈ ਥੋੜੀ ਬਹੁਤ ਚੇਂਜ ਕਰਨੀ ਹੈ ਕਰ ਸਕਦੀ ਹੈ, ਬਟ ਪ੍ਰੋਵਾਈਡਡ ਕਿ ਬੇਸਿਕ ਸਟਰਕਚਰ ਹੈ ਜਿਹੜਾ ਸੰਵਿਧਾਨ ਦਾ ਉਹ ਨਾ ਅਮੈਂਡ ਹੋਵੇ। Next is which of the following are not necessary consequence of proclamation of president rule? ਜਦੋਂ president rule ਕਿਸੇ state 'ਚ ਲੱਗ ਜਾਂਦਾ ਤਾਂ ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਨਹੀਂ ਹੋਊਗੀ, ਕਿਹੜੀ ਚੀਜ਼ ਉਹਦਾ ਅਸਰ ਨਹੀਂ ਹੋਊਗਾ? ਸੋ ਉਹ ਹੈ ਆਪਸ਼ਨ 1 and 3। ਜ਼ਰੂਰੀ ਨਹੀਂ ਕਿ ਜੇ president rule ਲੱਗ ਗਿਆ ਤਾਂ state legislative assembly dissolve ਹੋਊਗੀ ਹੀ ਹੋਊਗੀ, ਨਾਲ ਹੀ local bodies ਵੀ dissolve ਹੋਣ, ਇਹ ਚੀਜ਼ ਵੀ ਜ਼ਰੂਰੀ ਨਹੀਂ ਹੈ। ਸਿਰਫ ਜਿਹੜੇ ਸਟੇਟ ਦੇ ਕਾਉਂਸਲ ਆਫ ਮਿਨਿਸਟਰ ਨੇ ਉਹ ਰਿਮੂਵ ਕੀਤੇ ਜਾ ਸਕਦੇ ਨੇ। ਸੋ ਰਾਈਟ ਆਨਸਰ ਇਜ਼ ਆਪਸ਼ਨ B 1 and 3 ਓਨਲੀ। ਟੋਟਲ ਕੈਬਨਿਟ ਮਿਸ਼ਨ ਸੀ ਜਿਹੜੀ ਕਨਸਟੀਟਿਊਟ ਅਸੈਂਬਲੀ ਦੀ, ਕਿੰਨੇ ਮੈਂਬਰ ਉਹਨੂੰ ਅਸਾਈਨ ਕੀਤੇ ਗਏ? ਟੋਟਲ ਮੈਂਬਰ ਅਸਾਈਨ ਸੀ 296। ਆਪਸ਼ਨ D। ਟੋਟਲ ਕਿੰਨਾ ਟਾਈਮ ਲਗਾਇਆ ਸੰਵਿਧਾਨ ਨੂੰ ਤਿਆਰ ਕਰਨ ਲਈ? ਸੰਵਿਧਾਨ ਨੂੰ ਤਿਆਰ ਕਰਨ ਦੇ ਲਈ ਡਿਊਰੇਸ਼ਨ ਰਹੀ 2 ਸਾਲ 11 ਮਹੀਨੇ 18 ਦਿਨ। ਆਪਸ਼ਨ C। ਕਨਸਟੀਟਿਊਐਂਟ ਅਸੈਂਬਲੀ ਦਾ ਆਈਡੀਆ ਕਿੱਥੋਂ ਆਇਆ? ਇਹ ਆਈਡੀਆ ਆਇਆ ਕੈਬਨਿਟ ਮਿਸ਼ਨ ਪਲਾਨ। ਆਪਸ਼ਨ C very very important. The Constitution of India was enacted on 26 ਨਵੰਬਰ 1949 by ਕਿਹਦੇ ਦੁਆਰਾ? ਸੋ ਇਹਨੂੰ ਇਨੈਕਟ ਕੀਤਾ ਫਾਈਨਲੀ ਰਾਸ਼ਟਰਪਤੀ ਨੇ। ਆਪਸ਼ਨ C। When did Indian Constituent Assembly meet for the first time? ਇਹ ਕੁਐਸਚਨ ਬਾਰ-ਬਾਰ ਪੇਪਰ 'ਚ ਰਿਪੀਟ ਹੁੰਦਾ। ਪਹਿਲੀ ਵਾਰੀ ਕਨਸਟੀਟਿਊਐਂਟ ਅਸੈਂਬਲੀ ਮਿਲੀ ਸੀ 9 ਦਸੰਬਰ 1946 ਨੂੰ। Constitution of India was completed by which of the following dates? ਪੂਰੀ ਤਰ੍ਹਾਂ ਕੰਪਲੀਟ ਹੋਇਆ ਸੀ option B 26 ਨਵੰਬਰ 1949 and it came into force with all the provisions
on 26 January 1950 ਜਿਸ ਦਿਨ ਆਪਾਂ Republic Day celebrate ਕਰਦੇ ਹਾਂ। So right answer here is option B. Proposal for framing of Constitution of India by an elected constituent assembly ਕਿਨੇ ਰੱਖਿਆ ਸੀ? ਇਹ ਪ੍ਰਸਤਾਵ ਰੱਖਿਆ ਸੀ ਬ੍ਰਿਟਿਸ਼ ਕੈਬਨਿਟ ਡੈਲੀਗੇਸ਼ਨ ਨੇ, option D. ਕਿਨੇ ਕਿਹਾ ਕਿ ਜਿਹੜਾ ਸੰਵਿਧਾਨ ਹੈ ਉਹਨੇ ਫੈਡਰਲਿਜ਼ਮ ਇਸ ਰਾਈਟ ਨੂੰ ਪ੍ਰੋਪਰਲੀ ਇਨਕਲੂਡ ਨਹੀਂ ਕੀਤਾ। ਦ ਕਨਸਟੀਟਿਊਸ਼ਨ ਹੈਜ਼ ਨਾਟ ਬੀਨ ਸੈਟ ਇਨ ਅ ਰਾਈਟ ਮੋਲਡ ਆਫ ਫੈਡਰਲਿਜ਼ਮ। ਜਿਹੜੀ ਸੈਂਟਰ ਸਟੇਟ ਦੇ ਪਾਵਰਸ ਨੇ, ਰਿਲੇਸ਼ਨਸ ਨੇ, ਉਹਨਾਂ ਨੂੰ ਪ੍ਰੋਪਰਲੀ ਇਹਦੇ ਅੰਦਰ ਦੱਸਿਆ ਨਹੀਂ ਗਿਆ, ਪ੍ਰੋਪਰ ਕੋਈ ਪ੍ਰੋਵੀਜ਼ਨ ਨਹੀਂ ਸੈਟਅਪ ਕੀਤੀਆਂ ਗਈਆਂ, ਸਟਰਕਚਰ ਨਹੀਂ ਸਹੀ ਫੈਡਰਲਿਜ਼ਮ ਦਾ। ਇਹ ਗੱਲ ਕਹੀ AK ਅਈਅਰ ਨੇ, ਆਪਸ਼ਨ D. ऑब्जेक्टिव रेजोल्यूशन कॉन्स्टिट्यूएंट असेंबली ਦੇ ਅੰਦਰ ਕਿਹਦੇ ਦੁਆਰਾ ਮੂਵ ਕੀਤਾ ਗਿਆ? ऑब्जेक्टिव रेजोल्यूशन वाज मूव्ड बाय पंडित जवाहरलाल नेहरू, ऑप्शन B. अगेन वेरी इंपॉर्टेंट क्वेश्चन फॉर एग्जाम. कंसीडर द फॉलोइंग स्टेटमेंट. दो स्टेटमेंट ने कॉन्स्टिट्यूएंट असेंबली ਨੂੰ ਲੈ ਕੇ ਆਪਾਂ ਨੇ ਦੱਸਣਾ ਹੈ ਕਿ ਕਿਹੜੀ ਸਟੇਟਮੈਂਟ ਸਹੀ ਹੈ। ਪਹਿਲੀ ਸਟੇਟਮੈਂਟ ਕਹਿ ਰਹੀ ਹੈ ਡਾਕਟਰ ਸਚਿੰਦਾਨੰਦ ਸਿਨਹਾ ਨੂੰ प्रोविजनल आरजी तौर ते टैंपरेरी तौर ते कॉन्स्टिट्यूएंट असैंबली दे प्रेजिडेंट डिक्लेयर करता सी। दूजा HC मुखर्जी नू वाइस प्रेजिडेंट। ये दोनों स्टेटमेंट बिल्कुल सही ने, ऑप्शन सी इहदा राइट आंसर है। ते परमानेंट प्रेजिडेंट बाद विच डिक्लेयर कीते डॉक्टर राजेंद्र प्रसाद, जो आपां पिछे क्वेश्चन दे अंदर देख के हटिया। नैक्सट इज कॉन्स्टिट्यूएंट असैंबली दी फॉर्मेशन नू लैके चार स्टेटमेंट्स ने, किहड़ी स्टेटमेंट सही है? सो इन्हां दे विचों फर्स्ट ते फोर्थ स्टेटमेंट सही है। पहली स्टेटमेंट कह रही है कि जिहड़े कॉन्स्टिट्यूएंट असैंबली दे मैंबर ने उन्हां नूं चूज करन दे लई 1946 दे विच एक प्रोविजनल टैंपरेरी इलैक्शनस करवाईयां गईयां। चौथी स्टेटमेंट इन ऑर्डर टू क्रिएट अ सेंस ऑफ कलैक्टिव पार्टिसिपेशन पब्लिक तो भी सबमिशंस लए गए सी। सो ये दोनों स्टेटमेंट सही ने, ऑप्शन डी इज द राइट आंसर. Consider the following statement about preamble of the constitution. Preamble की है? Introductory part, जिहदे विचों आपां ideals कढदे हां, जिहड़े salient features ने ਉਹ ਸਾਰੇ almost preamble ਦੇ ਉੱਤੇ ਹੀ based ਨੇ। State of which of them are correct with the help of given code. So ਇਹ ਨੇ ਚਾਰ options। preamble ਨੂੰ ਲੈ ਕੇ ਕਿਹੜੀ-ਕਿਹੜੀ statement ਸਹੀ ਹੈ? ਸਭ ਤੋਂ ਪਹਿਲੀ statement ਕਹਿ ਰਹੀ ਹੈ The objective resolution proposed by Pandit Nehru ultimately became president. ਜਿਹੜਾ ਜਵਾਹਰਲਾਲ ਨਹਿਰੂ ਦੇ ਦੁਆਰਾ objective resolution constituent assembly ਚ move ਕੀਤਾ ਗਿਆ ਸੀ, ਬਾਅਦ ਵਿੱਚ ਉਹੀ preamble ਬਣ ਗਿਆ। ਬਿਲਕੁਲ ਸਹੀ ਹੈ। It is not justiciable in nature. ਬਿਲਕੁਲ ਸਹੀ। ਕੋਈ ਇਨਫੋਰਸ ਨਹੀਂ ਕਰਵਾ ਸਕਦੇ ਆਪਾਂ ਜੇ ਕੋਈ preamble ਦੇ ਪ੍ਰਿੰਸੀਪਲਸ ਨੂੰ ਜਾਂ ਉਹਦੇ ਆਈਡੀਆਜ਼ ਨੂੰ ਫੋਲੋ ਨਹੀਂ ਕਰਦਾ। ਇਹ ਜਸਟ ਆਪਾਂ ਨੂੰ ਇੱਕ ਝਲਕ ਦਿੰਦਾ ਕਿ ਆਪਣਾ ਸੰਵਿਧਾਨ ਕੀ ਗੱਲ ਕਰ ਰਿਹਾ ਹੈ। It cannot be amended. ਇਹ ਬਿਲਕੁਲ ਗਲਤ ਹੈ। It cannot override the specific provision of constitution. This is absolutely right. So right answer here is option B, only 1, 2 and 4. So ਉਰੇ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਥਰਡ ਸਟੇਟਮੈਂਟ ਕਿਉਂ ਗਲਤ ਹੈ, ਕਿਉਂਕਿ ਸੰਵਿਧਾਨ ਦਾ ਜਿਹੜਾ ਪ੍ਰੀਐਮਬਲ ਹੈ ਉਹਦੇ ਅੰਦਰ 42nd ਅਮੈਂਡਮੈਂਟ ਕਰਕੇ 1976 ਦੀ ਤਿੰਨ ਇੰਪੋਰਟੈਂਟ ਵਰਡਸ ਐਡ ਕੀਤੇ, ਸੋਸ਼ਲਿਸਟ, ਸੈਕੂਲਰ ਤੇ ਇੰਟੈਗ੍ਰਿਟੀ। ਨੈਕਸਟ ਕੁਐਸਚਨ ਵੀ ਇਹਦੇ ਨਾਲ ਹੀ ਰਿਲੇਟਡ ਹੈ। ਪ੍ਰੀਐਮਬਲ ਆਫ ਇੰਡੀਅਨ ਕਨਸਟੀਟਿਊਸ਼ਨ ਅਡਾਪਟਡ ਔਨ 26 ਨਵੰਬਰ 1949। ਉਸ ਸਮੇਂ ਜਦੋਂ ਪ੍ਰੀਐਮਬਲ ਭਾਰਤ ਦੇ ਸੰਵਿਧਾਨ 'ਚ ਐਡ ਕੀਤਾ ਗਿਆ, ਕਿਹੜੇ-ਕਿਹੜੇ ਵਰਡਸ ਨਹੀਂ ਸੀ? ਸੋ ਇਹ ਪਹਿਲੇ ਤਿੰਨ ਵਰਡਸ ਨਹੀਂ ਸੀ ਜਿਹੜੇ ਬਾਅਦ ਵਿੱਚ 42nd ਅਮੈਂਡਮੈਂਟ ਦੇ ਨਾਲ ਐਡ ਕੀਤੇ ਗਏ। ਰਾਈਟ ਆਂਸਰ ਇਜ਼ ਆਪਸ਼ਨ A, 1, 2 and next is who among the following were the members of drafting committee of constitution. So ਇਹਨਾਂ ਚਾਰਾਂ ਦੇ ਵਿੱਚੋਂ AK ਅਈਅਰ, ਅਲਾਦੀ ਕ੍ਰਿਸ਼ਨ ਸਵਾਮੀ ਅਈਅਰ ਸਿਰਫ A ਸੀ drafting committee ਦੇ ਮੈਂਬਰ। ਨੈਕਸਟ ਇਜ਼ ਸੰਵਿਧਾਨ ਵਿੱਚ ਫੈਡਰਲ ਵਰਡ ਕਿੱਥੇ ਵਰਤਿਆ ਗਿਆ? ਦਿਸ ਇਜ਼ ਵੈਰੀ ਇੰਪੋਰਟੈਂਟ ਤੇ ਕਾਫੀ ਵਾਰੀ ਪੇਪਰ 'ਚ ਕੁਐਸਚਨ ਆਉਂਦਾ। ਫੈਡਰਲ ਵਰਡ ਦੀ ਵਰਤੋਂ ਕਿਤੇ ਵੀ ਨਹੀਂ ਹੋਈ, none of the above. ਇੰਡੀਅਨ ਫੈਡਰਲ ਸਟਰਕਚਰ ਜਿਹੜਾ ਸੈਂਟਰ ਸਟੇਟ 'ਚ ਪਾਵਰ ਦੀ ਡਿਵੀਜ਼ਨ ਹੋਈ ਹੈ, ਕਿਹੜੇ ਦੇਸ਼ ਦੇ ਮਾਡਲ ਤੋਂ ਇਨਸਪਾਇਰ ਕਰਕੇ ਭਾਰਤ ਦੇ ਸੰਵਿਧਾਨ 'ਚ ਐਡ ਕੀਤਾ ਗਿਆ? ਫਰੋਮ ਕੈਨੇਡਾ, ਆਪਸ਼ਨ B. ਭਾਰਤ ਨੇ ਫੰਡਾਮੈਂਟਲ ਰਾਈਟਸ ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਬਰੋ ਕਰਕੇ ਇੱਕ ਕਨਸੈਪਟ ਭਾਰਤ ਦੇ ਸੰਵਿਧਾਨ 'ਚ ਐਡ ਕੀਤਾ? ਸੋ ਦੈਟ ਇਜ਼ USA, ਅਮਰੀਕਾ, ਆਪਸ਼ਨ B. ਫਰੇਜ਼ ਇਕੁਐਲਿਟੀ ਬਿਫੋਰ ਲਾਅ ਜਿਹੜਾ ਆਰਟੀਕਲ 14 'ਚ ਐਜ਼ ਇਟ ਇਜ਼ ਯੂਜ਼ ਕੀਤਾ ਗਿਆ ਹੈ, ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਲਿਆ ਹੈ? ਸੋ ਦੈਟ ਇਜ਼ ਫਰੋਮ ਬ੍ਰਿਟੇਨ ਕਨਸਟੀਟਿਊਸ਼ਨ, ਆਪਸ਼ਨ A. The source of basic structure theory of constitution in India. Basic structure theory ਅੱਡ-ਅੱਡ jurist, philosopher ਜਾਂ ਫਿਰ judgments ਚੋਂ ਨਿਕਲ ਕੇ ਆਇਆ ਹੈ।
ਸੋ ਇਹ ਸਿਰਫ ਜੂਰਿਸਟ ਦਾ ਓਪੀਨੀਅਨ ਹੈ, ਕਿਸੇ ਦੇਸ਼ ਦੇ ਸੰਵਿਧਾਨ ਚੋਂ ਨਹੀਂ ਲਿਆ ਗਿਆ। ਆਪਸ਼ਨ ਬੀ ਇਜ਼ ਦ ਰਾਈਟ ਆਂਸਰ। ਇੰਡੀਅਨ ਕਨਸਟੀਟਿਊਸ਼ਨ ਇਜ਼, ਇਹ ਹੁਣ ਸੇਲੀਐਂਟ ਫੀਚਰ ਉੱਤੇ ਕੁਐਸਚਨ ਹੈ। ਭਾਰਤ ਦਾ ਸੰਵਿਧਾਨ ਨਾ ਤਾਂ ਬਿਲਕੁਲ ਹੀ ਰਿਜਿਡ ਹੈ, ਨਾ ਬਿਲਕੁਲ ਫਲੈਕਸੀਬਲ ਹੈ। ਇਹ ਵੀ ਨਹੀਂ ਕਿ ਆਪਾਂ ਉਹਨੂੰ ਜਦੋਂ ਮਰਜ਼ੀ ਚਾਹੋ ਅਮੈਂਡ ਕਰ ਸਕਦੇ ਹਾਂ, ਇਹ ਵੀ ਨਹੀਂ ਕਿ ਉਹਨੂੰ ਅਮੈਂਡ ਕਰ ਹੀ ਨਹੀਂ ਸਕਦੇ। ਸੋ ਇਟ ਇਜ਼ ਅ ਬਲੈਂਡ ਆਫ ਬੋਥ, ਰਿਜਿਡ ਵੀ ਹੈ ਤੇ ਫਲੈਕਸੀਬਲ ਵੀ ਹੈ। ਆਈਡੀਆ ਆਫ ਕਨਕਰੈਂਟ ਲਿਸਟ ਕਿੱਥੋਂ ਬੋਰੋ ਕੀਤਾ ਹੈ? ਕਨਕਰੈਂਟ ਲਿਸਟ ਦਾ ਆਈਡੀਆ ਆਇਆ ਆਸਟ੍ਰੇਲੀਆ ਤੋਂ, ਆਪਸ਼ਨ ਸੀ। ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਦਾ ਸੋਰਸ ਹੈ ਆਇਰਲੈਂਡ ਦਾ ਸੰਵਿਧਾਨ, ਆਪਸ਼ਨ ਏ। ਫੈਡਰਲ ਸਿਸਟਮ, ਅਗੇਨ ਰੈਪੀਟੀਟਿਵ ਕੁਐਸਚਨ, ਕੈਨੇਡਾ, ਆਪਸ਼ਨ ਏ। Which of the following are the correct matching of country? ਸੋ ਜਿੱਥੋਂ ਫੀਚਰ ਸੰਵਿਧਾਨ ਦੇ ਬੋਰੋ ਕੀਤੇ ਨੇ ਉਹ ਸਾਰੀਆਂ ਕੰਟਰੀਜ਼ ਦੇ ਨਾਮ ਨੇ, ਕਿਹੜੇ ਕਿਹੜੇ ਫੀਚਰਸ ਨੇ ਰਾਈਟ ਸਾਈਡ ਤੇ ਨੇ, ਆਪਾਂ ਨੇ ਦੱਸਣਾ ਹੈ ਕਿ ਕਿਹੜਾ ਸਹੀ ਮੈਚ ਹੋ ਰਿਹਾ ਹੈ। ਸੋ ਉਰੇ ਕਰੈਕਟ ਮੈਚ ਹੋ ਰਿਹਾ ਹੈ ਫਰਸਟ, ਫਿਫਥ ਐਂਡ ਸਿਕਸਥ, ਆਪਸ਼ਨ ਸੀ ਇਜ਼ ਦ ਰਾਈਟ ਆਂਸਰ। ਯੂਕੇ ਤੋਂ ਬਾਈਕੈਮਰਲ ਪਾਰਲੀਮੈਂਟ ਜਿਹਦੇ ਅੰਦਰ ਦੋ ਹਾਊਸਿਸ ਨੇ, ਲੋਅਰ ਹੈ, ਅਪਰ ਹਾਊਸ ਹੈ। ਜਾਪਾਨ ਤੋਂ ਲਾਅ ਔਨ ਵਿਚ ਸੁਪਰੀਮ ਕੋਰਟ ਫੰਕਸ਼ਨ। ਆਇਰਲੈਂਡ ਤੋਂ ਮੈਥਡ ਆਫ ਇਲੈਕਸ਼ਨ ਆਫ ਪ੍ਰੈਜ਼ੀਡੈਂਟ। ਨੈਕਸਟ ਜਿਹੜੇ ਦੋ ਕੁਐਸਚਨ ਨੇ ਦੋਨੋਂ ਸੇਲੀਐਂਟ ਫੀਚਰਸ ਚੋਂ ਲਏ ਗਏ ਨੇ। ਸੋ ਆਪਾਂ ਨੇ ਦੱਸਣਾ ਹੈ ਕਿ ਜਿਹੜੇ ਵੀ ਫੀਚਰਸ ਮੈਂਸ਼ਨ ਨੇ ਉਹਨਾਂ ਚੋਂ ਕਿਹੜੇ ਸਹੀ ਨੇ। ਪਹਿਲੇ ਕੁਐਸਚਨ ਦੇ ਅਨੁਸਾਰ ਦੂਜੇ ਤੇ ਤੀਜਾ ਫੀਚਰ ਸਹੀ ਹੈ। ਇੱਕ ਤਾਂ ਇਹ ਰਿਟਨ ਹੈ, ਦੂਜਾ ਜ਼ਿਆਦਾਤਰ ਗਵਰਨਮੈਂਟ ਆਫ ਇੰਡੀਆ ਐਕਟ ਦੇ ਉੱਤੇ ਬੇਸਡ ਹੈ। ਸੋ ਰਾਈਟ ਆਂਸਰ ਇਜ਼ ਆਪਸ਼ਨ ਬੀ। 41st ਕੁਐਸਚਨ ਕਹਿ ਰਿਹਾ ਹੈ ਸਿੰਗਲ ਸਿਟੀਜ਼ਨਸ਼ਿਪ ਫॉर ਹੋਲ ਆਫ ਇੰਡੀਆ, ਬਿਲਕੁਲ ਸਹੀ ਹੈ। ਸਟ੍ਰਿਕਟਲੀ ਫੈਡਰਲ ਹੈ, ਸਟ੍ਰਿਕਟਲੀ ਫੈਡਰਲ ਨਹੀਂ ਹੈ। ਜ਼ਿਆਦਾਤਰ ਜਿਹੜੀ ਪਾਵਰ ਹੈ ਉਹ ਯੂਨੀਅਨ ਦੇ ਕੋਲ ਹੈ, ਚਾਹੇ ਸਟੇਟ ਵੀ ਹੈ ਪਰ ਸਟੇਟ ਦੀਆਂ ਸਰਕਾਰਾਂ ਉੱਤੇ ਮੇਨ ਕੰਟਰੋਲ ਕਿਹਦਾ ਹੈ? ਯੂਨੀਅਨ ਦੀ ਸਰਕਾਰ ਦਾ। ਸੋ ਸਟ੍ਰਿਕਟਲੀ ਫੈਡਰਲ ਨਹੀਂ ਹੈ, ਆਪਸ਼ਨ 1 ਕਰੈਕਟ ਹੈ। ਆਪਸ਼ਨ 3 ਕਹਿ ਰਹੀ ਹੈ ਕਿ ਰਿਜਿਡ ਵੀ ਹੈ, ਫਲੈਕਸੀਬਲ ਵੀ ਹੈ, ਬਲੈਂਡ ਹੈ, ਇਹ ਬਿਲਕੁਲ ਸਹੀ ਹੈ। ਰਾਈਟ ਆਂਸਰ ਹੇਅਰ ਇਜ਼ ਆਪਸ਼ਨ ਡੀ, 1 and 3 ਆਰ ਕਰੈਕਟ। ਬ੍ਰਿਟਿਸ਼ ਸਰਕਾਰ ਦੇ ਜ਼ਮਾਨੇ ਦੇ ਵਿੱਚ ਇਕੁਐਲਿਟੀ ਬਿਫੋਰ ਲਾਅ ਕਿਵੇਂ ਦੀ ਸੀ? ਸੋ ਇੱਕ ਤਾਂ ਜਸਟਿਸ ਕਾਸਟਲੀਅਰ ਸੀ, ਮਹਿੰਗਾ ਹੋ ਗਿਆ ਸੀ ਜਦੋਂ ਇਨਸਾਫ ਲੈਣਾ। ਦੂਜਾ ਜਿਹੜੇ ਗਵਰਨਮੈਂਟ ਆਫੀਸ਼ੀਅਲ ਸੀ ਜ਼ਿਆਦਾਤਰ ਸਿਰਫ ਰਿਚ ਨੂੰ ਹੀ ਫੇਵਰ ਕਰਦੇ ਸੀ। ਸੋ ਰਾਈਟ ਆਂਸਰ ਹੈ ਆਪਸ਼ਨ ਬੀ, 2 and 3 ਓਨਲੀ। Which of the following is are not central tenets of Constitution of India? Central tenets ਦਾ ਮਤਲਬ ਹੈ ਕਿ important main ਫੀਚਰਸ ਕਿਹੜੇ ਨੇ ਕਨਸਟੀਟਿਊਸ਼ਨ ਦੇ। ਸੋ ਇਹਦੇ ਵਿੱਚੋਂ ਪ੍ਰੋਹਿਬਿਟ ਡਿਸਕ੍ਰਿਮੀਨੇਸ਼ਨ ਔਨ ਗਰਾਊਂਡਸ ਆਫ ਰਿਲੀਜਨ, ਇਹ ਤਾਂ ਹੈ ਆਪਸ਼ਨ 1। ਬਾਰ-ਬਾਰ ਸੰਵਿਧਾਨ ਆਪਾਂ ਨੂੰ ਕਹਿੰਦਾ ਕਿਸੇ ਨੂੰ ਧਰਮ ਦੇ ਆਧਾਰ ਉੱਤੇ ਡਿਸਕ੍ਰਿਮੀਨੇਟ ਨਹੀਂ ਕਰਨਾ, ਭੇਦਭਾਵ ਨਹੀਂ ਕਰਨਾ। ਨੈਕਸਟ ਹੈ ਗਿਵ ਆਫੀਸ਼ੀਅਲ ਸਟੇਟਸ ਟੂ ਸਰਟਨ ਰਿਲੀਜਨ, ਬਿਲਕੁਲ ਗਲਤ ਹੈ। ਕਿਸੇ ਰਿਲੀਜਨ ਨੂੰ ਆਫੀਸ਼ੀਅਲ ਕੋਈ ਸਟੇਟਸ ਨਹੀਂ ਦੇਣਾ, ਉੱਪਰ ਨੀਚੇ ਨਹੀਂ ਰੱਖਣਾ। ਸੈਕੂਲਰਿਜ਼ਮ ਚ ਬਿਲੀਵ ਕਰਦਾ ਹੈ ਆਪਣਾ ਸੰਵਿਧਾਨ। ਪ੍ਰੋਵਾਈਡ ਫਰੀडम ਟੂ ਪ੍ਰੋਫੈਸ ਐਨੀ ਰਿਲੀਜਨ, ਇਹ ਸਹੀ ਹੈ ਪਰ ਉਰੇ ਵੀ ਕੀ ਹੈ ਕੁਝ ਰੀਜ਼ਨੇਬਲ ਰਿਸਟ੍ਰਿਕਸ਼ਨਸ ਨੇ। ਇੰਸ਼ੋਰ ਇਕੁਐਲਿਟੀ ਆਫ ਆਲ ਸਿਟੀਜ਼ਨ ਵਿਦ ਇਨ ਰਿਲੀਜੀਅਸ ਕਮਿਊਨਿਟੀਜ਼। ਸੋ ਉਰੇ ਰਿਲੀਜੀਅਸ ਕਮਿਊਨਿਟੀਜ਼ ਦੀ ਗੱਲ ਨਹੀਂ ਹੈ, ਉਰੇ ਹੈ ਕਿ ਜਿਹੜੀ ਇਕਨੋਮਿਕਲੀ ਸੋਸ਼ਲੀ ਪੂਰੀ ਦੀ ਪੂਰੀ ਸੋਸਾਇਟੀ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਇਕੁਐਲਿਟੀ ਦੀ ਗੱਲ ਹੋ ਰਹੀ ਹੈ। ਸੰਵਿਧਾਨ ਕਿਸੇ ਇੱਕ ਪਾਰਟਿਕੂਲਰ ਰਿਲੀਜਨ ਨੂੰ ਫੇਵਰ ਨਹੀਂ ਕਰਦਾ। ਸੋ ਰਾਈਟ ਆਂਸਰ ਇਜ਼ ਆਪਸ਼ਨ ਸੀ, 2, 3 and 4। ਇਹਦੇ ਵਿੱਚੋਂ ਮੇਨ ਜਿਹੜਾ ਸੈਂਟਰਲ ਟੈਨੈਂਟ ਹੈ ਸੰਵਿਧਾਨ ਦਾ ਉਹ ਹੈ ਨੰਬਰ 1। ਨੈਕਸਟ ਇਜ਼ ਵਿਚ ਆਫ ਦ ਫੋਲੋਇੰਗ ਇਜ਼ ਨਾਟ ਅ ਬੇਸਿਕ ਫੀਚਰ ਆਫ ਕਨਸਟੀਟਿਊਸ਼ਨ ਆਫ ਇੰਡੀਆ। ਸੋ ਜਿਹੜਾ ਬੇਸਿਕ ਫੀਚਰ ਨਹੀਂ ਹੈ ਉਹ ਹੈ ਆਪਸ਼ਨ ਡੀ, unquestioned right of parliament to amend any part of the constitution। ਇਹ ਕੋਈ ਬੇਸਿਕ ਫੀਚਰ ਨਹੀਂ ਹੈ। ਫੰਡਾਮੈਂਟਲ ਰਾਈਟ ਹੋ ਕੇ ਜੁਡੀਸ਼ਰੀ ਦੀ ਇੰਡੀਪੈਂਡੈਂਸ ਹੋ ਗਈ, ਫੈਡਰਲਿਜ਼ਮ, ਇਹ ਸਾਰੀਆਂ ਚੀਜ਼ਾਂ ਬੇਸਿਕ ਸਟਰਕਚਰ ਨੇ ਜਿਨ੍ਹਾਂ ਨੂੰ ਆਪਾਂ ਬਦਲ ਨਹੀਂ ਸਕਦੇ, ਸੰਵਿਧਾਨ ਚੋਂ ਬਾਹਰ ਕੱਢ ਨਹੀਂ ਸਕਦੇ। Which one among the following is not a characteristic of federal system? ਫੈਡਰਲ ਸਿਸਟਮ ਮੈਂ ਤੁਹਾਨੂੰ ਦੱਸਿਆ ਕਿ ਯੂਨੀਅਨ ਦੀ ਸਰਕਾਰ ਤੇ ਜਿਹੜੀ ਸਟੇਟ ਦੀ ਸਰਕਾਰ ਹੈ ਅਲੱਗ-ਅਲੱਗ ਚਲਾਉਂਦੀਆਂ ਨੇ। ਯੂਨੀਅਨ ਪੂਰੇ ਦੇਸ਼ ਦੇ ਲਈ ਰਿਸਪੌਂਸਿਬਲ ਹੈ, ਬਾਕੀ ਸਟੇਟ ਸਰਕਾਰ ਹੈ ਜਿਹੜੀ ਉਹ ਆਪਣੀ ਇੱਕ ਸਟੇਟ ਦੇ ਲਈ ਰਿਸਪੌਂਸਿਬਲ ਹੈ। ਇਹਨਾਂ ਦੇ ਵਿੱਚ ਸੰਵਿਧਾਨ ਨੇ ਇੱਕ ਬੈਲੈਂਸ ਬਣਾ ਕੇ ਰੱਖਿਆ ਹੋਇਆ ਹੈ। ਜੋ ਫੀਚਰ ਨਹੀਂ ਹੈ ਫੈਡਰਲ ਸਿਸਟਮ ਦਾ ਉਹ ਹੈ ਆਪਸ਼ਨ ਸੀ, there is no separation of power between legislative and executive branch of government। ਬਿਲਕੁਲ ਗਲਤ ਹੈ। ਗਵਰਨਮੈਂਟ ਦੇ 3 ਇੰਪੋਰਟੈਂਟ ਬ੍ਰਾਂਚेस ਨੇ, ਲੈਜਿਸਲੇਟਿਵ, ਐਗਜ਼ੈਕਟਿਵ ਤੇ ਜੁਡੀਸ਼ਰੀ, ਤੇ ਤਿੰਨੋਂ ਆਪਣਾ ਅਲੱਗ-ਅਲੱਗ ਕੰਮ ਕਰਦੀਆਂ ਨੇ। Which part of Indian Constitution has been described? Soul of the Constitution, main soul ਹੈ, ਆਤਮਾ ਹੈ ਸੰਵਿਧਾਨ ਦੀ। Right to constitutional remedies,
ਜਿਹੜੀਆਂ ਦੋ ਆਰਟੀਕਲਸ ਨੇ ਆਰਟੀਕਲ 32 ਤੁਸੀਂ ਸੁਪਰੀਮ ਕੋਰਟ 'ਚ ਰਿਟ ਪਾ ਸਕਦੇ ਹੋ ਜੇ ਤੁਸੀਂ ਆਪਣਾ ਮੌਲਿਕ ਅਧਿਕਾਰ ਫੰਡਾਮੈਂਟਲ ਰਾਈਟ ਇਨਫੋਰਸ ਕਰਵਾਉਣਾ ਆਰਟੀਕਲ 226 ਦੇ ਅੰਦਰ ਹਾਈ ਕੋਰਟ 'ਚ ਜਾ ਕੇ ਰਿਟ ਪਾ ਸਕਦੇ ਹੋ ਜੇ ਤੁਹਾਡਾ ਕੋਈ ਫੰਡਾਮੈਂਟਲ ਰਾਈਟ ਇਨਫ੍ਰਿੰਜ ਹੋ ਰਿਹਾ ਹੈ ਸੋ ਇਹ ਆਰਟੀਕਲ 32 ਵਾਲੀ ਜਿਹੜੀ ਮੇਨ ਕਨਸਟੀਟਿਊਸ਼ਨਲ ਰੈਮੇਡੀ ਹੈ ਰਾਈਟ ਟੂ ਕਨਸਟੀਟਿਊਸ਼ਨਲ ਰੈਮੇਡੀ ਹੈ ਇੱਕ ਫੰਡਾਮੈਂਟਲ ਰਾਈਟ ਵੀ ਹੈ ਨੈਕਸਟ ਇਜ਼ ਵੈਰੀ ਇੰਪੋਰਟੈਂਟ ਇੱਕ ਕਰੰਟ ਅਫੇਅਰ ਦੇ ਵਿੱਚ ਵੀ ਕਾਫੀ ਟਾਈਮ ਤੋਂ ਹੈ ਸੋ ਇਹ ਹੈ ਇੱਕ DPSP ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਇਹਨੂੰ ਇਨਫੋਰਸ ਕਰਨ ਦੀ ਸਰਕਾਰ ਕਾਫੀ ਸਮੇਂ ਤੋਂ ਡਿਸਕਸ਼ਨ ਕਰ ਰਹੀ ਹੈ ਉਹ ਹੈ ਯੂਨੀਫਾਰਮ ਸਿਵਲ ਕੋਡ ਸਿਵਲ ਲਾਅ ਮੈਰਿਜ ਨੂੰ ਲੈ ਕੇ ਹੋ ਗਿਆ ਡਿਵੋਰਸ ਨੂੰ ਲੈ ਕੇ ਹੋ ਗਿਆ ਪ੍ਰੋਪਰਟੀ ਨੂੰ ਲੈ ਕੇ ਹੋ ਗਿਆ ਯੂਨੀਫਾਰਮ ਸਿਵਲ ਕੋਡ ਕਹਿ ਰਿਹਾ ਚਾਹੇ ਕੋਈ ਹਿੰਦੂ ਹੈ ਮੁਸਲਿਮ ਹੈ ਸਿੱਖ ਹੈ ਹਰ ਕਿਸੇ ਲਈ ਇੱਕ ਸਿੰਗਲ ਸਿਵਲ ਲਾਅ ਬਣਾ ਦਿਓ ਸੋ ਇਹਦੀ ਗੱਲ ਹੋ ਰਹੀ ਹੈ ਆਰਟੀਕਲ 44 ਦੇ ਅੰਦਰ ਆਪਸ਼ਨ ਬੀ ਤੇ ਇਹ ਹੈ ਇੱਕ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਨੈਕਸਟ ਇਜ਼ ਰਾਈਟ ਟੂ ਕਨਸਟੀਟਿਊਸ਼ਨਲ ਰੈਮੇਡੀ ਇਹ ਮੈਂ ਤੁਹਾਨੂੰ ਪਿੱਛੇ ਦੱਸਤਾ ਕਿੱਥੇ ਗੱਲ ਹੋ ਰਹੀ ਹੈ ਕਿਹੜੇ ਆਰਟੀਕਲ 'ਚ ਆਰਟੀਕਲ 32 ਵੈਰੀ ਇੰਪੋਰਟੈਂਟ ਫॉर ਐਗਜ਼ਾਮ ਸੈਂਟਰ ਸਟੇਟ ਫਾਈਨੈਂਸ਼ੀਅਲ ਰਿਲੇਸ਼ਨ ਦੀ ਗੱਲ ਕਿਹੜੇ ਪਾਰਟ 'ਚ ਹੋ ਰਹੀ ਹੈ ਫਾਈਨੈਂਸ਼ੀਅਲ ਰਿਲੇਸ਼ਨ ਦੀ ਗੱਲ ਹੋ ਰਹੀ ਹੈ ਪਾਰਟ 12 ਆਪਸ਼ਨਸ ਫਾਈਨੈਂਸ਼ੀਅਲ ਐਮਰਜੈਂਸੀ ਦੀ ਕਿਹੜੇ ਆਰਟੀਕਲ 'ਚ ਗੱਲ ਹੁੰਦੀ ਹੈ ਸੋ ਦੈਟ ਇਜ਼ ਆਰਟੀਕਲ 360 ਆਪਸ਼ਨ ਸੀ ਕਿਹੜੇ ਸ਼ਡਿਊਲ ਦੇ ਅੰਦਰ ਗੱਲ ਕੀਤੀ ਹੈ ਪਾਵਰ ਆਫ ਪੰਚਾਇਤ ਦੀ ਉਹ ਹੈ ਸ਼ਡਿਊਲ 11 ਆਪਸ਼ਨ ਡੀ ਸਿਟੀਜ਼ਨਸ਼ਿਪ ਦੇ ਨਾਲ ਕਿਹੜੇ ਆਰਟੀਕਲ ਡੀਲ ਕਰਦੇ ਨੇ ਨਾਗਰਿਕਤਾ ਦੇ ਨਾਲ ਬਿਲਕੁਲ ਸਟਾਰਟਿੰਗ ਵਾਲੇ ਆਰਟੀਕਲ 5 ਤੋਂ ਲੈ ਕੇ 11 ਆਪਸ਼ਨ ਸੀ ਕਿਹੜਾ ਆਰਟੀਕਲ ਹੈ ਜਿਹੜਾ ਕਹਿੰਦਾ ਕਿ ਜਦੋਂ ਕਦੇ ਜ਼ਰੂਰਤ ਪਵੇ ਰਾਸ਼ਟਰਪਤੀ ਸੁਪਰੀਮ ਕੋਰਟ ਦੀ ਐਡਵਾਈਸ ਲੈ ਸਕਦੇ ਆ ਚਾਹੇ ਐਡਵਾਈਸ ਬਾਈਂਡਿੰਗ ਨਹੀਂ ਹੈ ਪਰ ਐਡਵਾਈਜ਼ਰੀ ਜੂਰਿਸਡਿਕਸ਼ਨ ਹੈ ਸੁਪਰੀਮ ਕੋਰਟ ਦੇ ਕੋਲ under article 143 very important for exam under which article parliament of india can legislate on any subject in state list in national interest article 249 parliament ਨੂੰ ਇਹ ਪਾਵਰ ਦਿੰਦਾ ਹੈ under which article parliament of india may constitute administrative tribunal ਇਹ ਹੈ article 323 a option a which of the following article deals with ਰਾਸ਼ਟਰਪਤੀ ਦਾ ਇੰਪੀਚਮੈਂਟ ਦਾ ਜਿਹੜਾ ਪ੍ਰੋਸੈਸ ਹੈ ਜੇ ਉਹਨਾਂ ਨੂੰ ਉਹਨਾਂ ਦੀ ਪੋਜੀਸ਼ਨ ਤੋਂ ਹਟਾਉਣਾ ਉਹਦੇ ਲਈ ਪ੍ਰਸਤਾਵ ਰੱਖਣਾ ਹੈ ਪਾਰਲੀਮੈਂਟ ਦੇ ਵਿੱਚ ਤਾਂ ਇੱਕ ਪ੍ਰੋਸੈਸ ਹੈ ਉਹਦਾ ਨਾਮ ਹੈ ਇੰਪੀਚਮੈਂਟ ਪ੍ਰੋਸੈਸ ਇਹ ਗੱਲ ਕਰਦਾ ਆਰਟੀਕਲ 61 ਆਪਸ਼ਨ ਡੀ ਕਿਹੜਾ ਆਰਟੀਕਲ ਹੈ ਜਿਹੜਾ ਰਿਲੇਟ ਕਰਦਾ ਹੈ ਪ੍ਰੋਟੈਕਸ਼ਨ ਆਫ ਇੰਟਰਸਟ ਆਫ ਮਾਈਨੋਰਿਟੀ that is article 29 option B ਕਿਹੜਾ ਸ਼ਡਿਊਲ ਹੈ ਭਾਰਤ ਦੇ ਸੰਵਿਧਾਨ ਦਾ ਜਿਹੜਾ ਪੰਚਾਇਤੀ ਰਾਜ ਨਾਲ ਰਿਲੇਟਡ ਹੈ so this is again repetitive that is 11th schedule ਤੇ municipalities urban local bodies ਨਾਲ related ਹੈ schedule 12 ਉਹ ਵੀ ਤੁਸੀਂ ਯਾਦ ਰੱਖਣਾ which of the following schedule is related with allotment of seats in Rajya Sabha schedule 4 option B the provision for constitution of legislature in state ਵਿੱਚ legislature ਤਿਆਰ ਕਰਨ ਦੇ ਲਈ ਕਿਹੜਾ ਆਰਟੀਕਲ ਗੱਲ ਕਰਦਾ ਸੋ ਆਰਟੀਕਲ 168 option A idea of organization of panchayat as the duty of state ਕਿਹੜੇ ਸੰਵਿਧਾਨ ਦੇ ਪਾਰਟ ਵਿੱਚ ਮੈਂਸ਼ਨਡ ਹੈ so that is under chapter 4 ਉਰੇ ਗੱਲ ਹੋ ਰਹੀ ਹੈ ਕਿ ਸਟੇਟ ਦੀ ਡਿਊਟੀ ਹੈ ਕਿ ਉਹ ਪ੍ਰੋਪਰ ਪੰਚਾਇਤਸ ਨੂੰ ਆਰਗੇਨਾਈਜ਼ ਕਰਵਾਵੇ ਜਿਹੜੇ ਡਾਇਰੈਕਟਿਵ ਪ੍ਰਿੰਸੀਪਲਸ ਨੇ ਉਹ ਗੱਲ ਕਰਦੇ ਨੇ ਪਾਰਟ 4 ਦੇ ਅੰਦਰ which article of constitution allows center to form new state center ਜੇ ਚਾਹੇ ਤਾਂ ਨਵੀਂ ਸਟੇਟ ਫਾਰਮ ਕਰ ਸਕਦਾ ਹੈ ਆਰਟੀਕਲ 3 ਇਸ ਚੀਜ਼ ਦੀ ਪਾਵਰ ਦਿੰਦਾ ਹੈ The provision of 6th schedule shall not apply to which of the following state? 6th schedule Goa ਉੱਤੇ apply ਨਹੀਂ ਹੁੰਦਾ option D. Which article deals with amendment procedure? ਜੇ ਕਿਸੇ provision ਦੇ ਅੰਦਰ ਬਦਲਾਵ ਲੈ ਕੇ ਆਉਣਾ, change ਕਰਨਾ, amendment ਕਰਨੀ ਹੈ ਤਾਂ ਉਹਦੇ ਲਈ ਹੈ article 368 very very important. PSSB exams ਦੇ ਲਈ ਜਿਹੜੇ student ਤਿਆਰੀ ਕਰ ਰਹੇ ਨੇ ਆਰਟੀਕਲਸ ਦੇ ਉੱਤੇ ਜ਼ਰੂਰ ਫੋਕਸ ਕਰੋ ਕਿਉਂਕਿ ਉੱਥੇ ਜ਼ਿਆਦਾਤਰ ਸਟੇਟਮੈਂਟ ਬੇਸਡ ਕੁਐਸਚਨ ਘੱਟ ਆਉਂਦੇ ਨੇ ਜਦੋਂ ਤੁਹਾਨੂੰ ਉੱਥੇ ਡਾਇਰੈਕਟ MCQs ਆਉਂਦੇ ਨੇ ਸਿੰਪਲ 4 ਆਪਸ਼ਨ ਵਾਲੇ ਤਾਂ ਉੱਥੇ ਇਸ ਟਾਈਪ ਦੇ ਕੁਐਸਚਨ ਆਪਾਂ ਡੈਫੀਨਿਟਲੀ ਐਕਸਪੈਕਟ ਕਰ ਸਕਦੇ ਹਾਂ The term state has been defined in which of the following article ਆਪਾਂ ਨੇ ਜਦੋਂ ਫੰਡਾਮੈਂਟਲ ਰਾਈਟ ਦਾ ਟੌਪਿਕ ਸ਼ੁਰੂ ਕੀਤਾ ਸੀ ਤਾਂ ਉਹਦਾ ਸਟਾਰਟਿੰਗ ਵਾਲਾ ਹੀ ਆਪਾਂ ਨੇ ਆਰਟੀਕਲ ਦੇਖਿਆ ਸੀ ਆਰਟੀਕਲ 12 ਦੇ ਅੰਦਰ ਸਟੇਟ ਨੂੰ ਡਿਫਾਈਨ ਕੀਤਾ under which article of Indian Constitution High Court writ issue ਕਰ ਸਕਦੀ ਹੈ fundamental right ਦੀ enforcement ਲਈ protection ਲਈ that is article 226 which of the following article of Indian Constitution empower governor ਕਿਹੜੇ ਆਰਟੀਕਲ ਦੇ ਅੰਦਰ ordinance issue ਕਰ ਸਕਦੇ ਨੇ
आर्टिकल 213 ऑप्शन सी। ਤੇ ਰਾਸ਼ਟਰਪਤੀ ਦੀ ਆਰਡੀਨੈਂਸ ਮੇਕਿੰਗ ਪਾਵਰ ਹੈ ਆਰਟੀਕਲ 123। ਇਹ ਵੀ ਪੇਪਰ ਲਈ ਯਾਦ ਰੱਖਣਾ ਹੈ। ਸੁਪਰੀਮ ਕੋਰਟ ਦੀ ओरिजिनल ਜੂਰਿਸਡਿਕਸ਼ਨ ਕਿਹੜੇ ਆਰਟੀਕਲ 'ਚ ਮੈਂਸ਼ਨਡ ਹੈ? ਸੋ ਦੈਟ ਇਜ਼ ਆਰਟੀਕਲ 131 ਆਪਸ਼ਨ ਏ। ਕਿਹੜਾ ਆਰਟੀਕਲ ਹੈ ਜਿਹੜਾ ਪਾਰਲੀਮੈਂਟ ਨੂੰ ਪਾਵਰ ਦਿੰਦਾ ਵੀ ਕਿਸੇ ਵੀ ਸਟੇਟ ਲਿਸਟ ਦੇ ਸਬਜੈਕਟ ਉੱਤੇ ਲਾਅ ਬਣਾ ਸਕੇ? ਦਿਸ ਇਜ਼ ਅਗੇਨ ਰੈਪੀਟੀਟਿਵ, ਆਰਟੀਕਲ 249, ਬਟ ਦਿਸ ਇਜ਼ very important for exam. Which of the following article of Indian Constitution empower the president? ਪ੍ਰੈਜ਼ੀਡੈਂਟ ਕਿਹੜੇ ਆਰਟੀਕਲ ਦੇ ਅੰਦਰ ਕੰਪਟਰੋਲਰ ਤੇ ਆਡੀਟਰ ਜਨਰਲ ਨੂੰ ਨਿਯੁਕਤ ਕਰਦੇ ਨੇ? very important article, this is article 148 option B. ਕਿਹੜਾ ਆਰਟੀਕਲ ਹੈ ਜਿਹਨੇ ਡਿਕਲੇਅਰ ਕੀਤਾ ਦੇਵਨਾਗਰੀ ਹਿੰਦੀ official language ਭਾਰਤ ਦੀ? ਆਰਟੀਕਲ 343 option A. ਮਨੀ ਬਿੱਲ ਦੀ ਡੈਫੀਨੇਸ਼ਨ ਕਿਹੜੇ ਆਰਟੀਕਲ 'ਚ ਹੈ? ਆਰਟੀਕਲ 110। ਕਿਹੜਾ ਆਰਟੀਕਲ ਹੈ ਜਿਹੜਾ ਸਟੇਟ ਨੂੰ ਕਹਿੰਦਾ ਹੈ ਕਿ ਵਿਲੇਜ ਪੰਚਾਇਤ ਨੂੰ ਆਰਗੇਨਾਈਜ਼ ਕਰਨ ਦੇ ਲਈ ਇਫੈਕਟਿਵ ਸਟੈਪ ਲਏ? ਸੋ ਦੈਟ ਇਜ਼ ਆਰਟੀਕਲ 40 ਤੇ ਇਹ ਗਾਂਧੀਅਨ ਪ੍ਰਿੰਸੀਪਲ ਦੇ ਉੱਤੇ ਆਧਾਰ ਹੈ। ਜਦੋਂ ਮੈਂ ਤੁਹਾਨੂੰ ਡੀਪੀਐਸਪੀਸ ਕਰਵਾਏ ਸੀ ਤਾਂ ਉੱਥੇ ਆਪਾਂ ਨੇ ਦੇਖਿਆ ਸੀ। ਸੋ ਦਿਸ ਇਜ਼ ਬੇਸਡ ਔਨ ਗਾਂਧੀਅਨ ਪ੍ਰਿੰਸੀਪਲ ਕਿਉਂਕਿ ਗਾਂਧੀ ਜੀ ਦੀ ਆਈਡੀਓਲੋਜੀ ਸੀ ਵਿਲੇਜ ਪੰਚਾਇਤ ਦੇ ਉੱਤੇ ਫੋਕਸ ਉਹਨਾਂ ਨੇ ਕੀਤਾ। Which one of the following article provide all India service? 312 option C. ਕਿਹੜਾ ਆਰਟੀਕਲ ਆ ਜਿਹੜਾ ਪ੍ਰੈਜ਼ੀਡੈਂਟ ਨੂੰ ਐਮਪਾਵਰ ਕਰਦਾ ਕਿ ਜਦੋਂ ਉਹ ਚਾਹਣ ਸੁਪਰੀਮ ਕੋਰਟ ਨੂੰ ਕੰਸਲਟ ਕਰ ਸਕਣ? ਸੋ ਉਰੇ ਕੁਐਸਚਨ ਦੀ ਥੋੜੀ ਜਿਹੀ ਫਾਰਮ ਚੇਂਜ ਹੋ ਰਹੀ ਹੈ। ਆਨਸਰ ਹੈ ਆਰਟੀਕਲ 143। Which of the following article of Constitution vests executive power of union in the president? ਸੋ ਪ੍ਰੈਜ਼ੀਡੈਂਟ ਰਾਸ਼ਟਰਪਤੀ ਆਪਣੇ ਦੇਸ਼ ਦੇ ਐਗਜ਼ੀਕਿਊਟਿਵ ਹੈਡ ਨੇ। ਇਹ ਹੈ ਆਰਟੀਕਲ 53 ਆਪਸ਼ਨ ਸੀ। ਫੰਡਾਮੈਂਟਲ ਡਿਊਟੀਜ਼ ਕਿਹੜੇ ਪਾਰਟ ਦੇ ਅੰਦਰ ਮੈਂਸ਼ਨ ਨੇ? So part 4A option C. The form of oath affirmation for which of the following official are mentioned in third schedule of Indian Constitution? ਸ਼ਪਥ, affirmation। ਤੀਜੇ ਸ਼ਡਿਊਲ ਦੇ ਵਿੱਚ ਇਹਨਾਂ ਚਾਰਾਂ ਦੇ ਵਿੱਚੋਂ ਕੰਪਟਰੋਲਰ ਐਂਡ ਆਡੀਟਰ ਜਨਰਲ ਤੇ ਨਾਲ ਚੀਫ ਜਸਟਿਸ ਆਫ ਹਾਈ ਕੋਰਟ ਦੀ oath affirmation ਦੀ ਗੱਲ ਹੋ ਰਹੀ ਹੈ। ਰਾਈਟ ਆਂਸਰ ਇਜ਼ ਆਪਸ਼ਨ ਡੀ। ਰਾਈਟ ਟੂ ਇਕੁਐਲਿਟੀ ਕਿਹੜੇ ਆਰਟੀਕਲਸ ਨੇ ਗ੍ਰਾਂਟ ਕੀਤਾ ਹੈ? ਸੋ ਸਟਾਰਟਿੰਗ ਫਰੋਮ ਆਰਟੀਕਲ 14 till article 18 talks about right to equality. Next is article 368 amendment ਵਾਲਾ ਜਿਹੜਾ ਆਰਟੀਕਲ ਹੈ ਸੰਵਿਧਾਨ ਦਾ, ਇਹਦੇ ਨਾਲ ਰਿਲੇਟਡ ਚਾਰ ਆਪਸ਼ਨਸ ਨੇ। we have to tell ਕਿਹੜੀ ਸਟੇਟਮੈਂਟ ਸਹੀ ਹੈ। ਸੋ ਇਹਦੇ ਵਿੱਚੋਂ ਦੂਜੀ ਤੇ ਤੀਜੀ ਸਟੇਟਮੈਂਟ ਸਹੀ ਹੈ। ਸੈਕੰਡ ਸਟੇਟਮੈਂਟ ਕਹਿ ਰਹੀ ਹੈ it is obligatory for the president of India to give his assent to constitutional amendment bill ਜਿਹੜਾ 368 ਦੇ ਅੰਦਰ ਪਾਸ ਕੀਤਾ ਜਾਂਦਾ। to amend 7th schedule of constitution ratification of more than half of state legislature essential। ਜਦੋਂ ਆਪਾਂ ਨੇ amendment ਵਾਲਾ ਟੌਪਿਕ ਕੀਤਾ ਸੀ ਇਹ ਮੈਂ ਸਾਰਾ ਤੁਹਾਨੂੰ ਡਿਟੇਲ ਚ ਐਕਸਪਲੇਨ ਕੀਤਾ। ਸੋ ਰਾਈਟ ਆਂਸਰ ਇਜ਼ ਆਪਸ਼ਨ ਸੀ 2 and 3। ਸੰਵਿਧਾਨ ਦਾ ਜਿਹੜਾ 6ਵਾਂ ਸ਼ਡਿਊਲ ਹੈ ਉਹ ਕਿਹੜੇ ਟ੍ਰਾਈਬਲ ਏਰੀਆਜ਼ ਕਿਹੜੀ ਸਟੇਟ ਦੇ ਟ੍ਰਾਈਬਲ ਏਰੀਆਜ਼ ਨੂੰ ਲੈ ਕੇ ਸਪੈਸ਼ਲ ਐਡਮਿਨਿਸਟ੍ਰੇਟਿਵ ਪਾਵਰ ਦੇ ਰਿਹਾ ਹੈ? ਸੋ ਉਹ ਹੈ ਆਪਸ਼ਨ ਏ। ਇਹ ਚਾਰ ਸਟੇਟਸ ਨੇ असम, मेघालय, त्रिपुरा ਤੇ ਮਿਜ਼ੋਰਮ and this is again important for exam। ਨੈਕਸਟ 11ਵੇਂ ਸ਼ਡਿਊਲ ਨੂੰ ਲੈ ਕੇ ਦੋ ਸਟੇਟਮੈਂਟ ਨੇ। ਪਹਿਲੀ ਸਟੇਟਮੈਂਟ ਕਹਿ ਰਹੀ ਹੈ ਕਿ ਜਿਹੜਾ 11ਵਾਂ ਸ਼ਡਿਊਲ ਹੈ ਸੰਵਿਧਾਨ ਦੀ 73rd ਅਮੈਂਡਮੈਂਟ ਦੇ ਨਾਲ ਐਡ ਕੀਤਾ ਗਿਆ ਸੀ। ਇਹ ਐਬਸੋਲੂਟਲੀ ਕਰੈਕਟ ਹੈ। ਇਹ ਪੰਚਾਇਤ ਰੂਰਲ ਲੋਕਲ ਬਾਡੀਜ਼ ਨਾਲ ਰਿਲੇਟ ਕਰਦਾ। ਦੂਜੀ ਸਟੇਟਮੈਂਟ ਗਲਤ ਹੈ। 11th schedule of Constitution of India corresponds to article 243W of Constitution of India। This is wrong। Option 1 is the right answer। Idea of organization of panchayat as the duty of state ਕਿਹੜੇ part ਚ mention ਹੈ? So chapter 4 again repetitive। Right answer is option D। Entry public health and sanitation ਕਿਹੜੀ ਲਿਸਟ ਵਿੱਚ ਹੈ? ਹੈਲਥ ਦਾ ਸੈਨੀਟੇਸ਼ਨ ਦਾ ਇਹ ਕੰਮ ਇਹਦੇ ਉੱਤੇ ਡਿਸੀਜਨ ਲੈਣ ਦਾ ਲਾਅ ਤਿਆਰ ਕਰਨ ਦੀ ਪਾਵਰ ਹੈ ਸਟੇਟ ਦੇ ਕੋਲ। ਸੋ ਇਹ ਸਬਜੈਕਟ ਹੈ ਸਟੇਟ ਲਿਸਟ ਦਾ ਆਪਸ਼ਨ ਬੀ। Which of the following language is not recognized in the 8th schedule of Constitution of India? 8ਵੇਂ ਸ਼ਡਿਊਲ ਦੇ ਅੰਦਰ ਜਿਹੜੀਆਂ ਸੰਵਿਧਾਨਿਕ ਲੈਂਗੁਏਜਸ ਨੇ ਉਹਨਾਂ ਦੇ ਵਿੱਚ ਇੰਗਲਿਸ਼ ਨਹੀਂ ਹੈ। ਆਪਸ਼ਨ ਆਰਟੀਕਲ 164 ਇੱਕ ਹੈ ਜਿਹੜਾ ਸੰਵਿਧਾਨ ਦਾ ਉਹ ਤਿੰਨ ਸਟੇਟਸ ਦੇ ਵਿੱਚ ਗੱਲ ਕਰ ਰਿਹਾ ਕਿ ਇੱਕ ਆਪਾਂ ਅਲੱਗ ਤੋਂ ਮਿਨਿਸਟਰ ਇੰਚਾਰਜ ਟ੍ਰਾਈਬਲ ਵੈਲਫੇਅਰ ਦਾ ਅਲਾਟ ਕਰ ਸਕਦੇ ਆ, ਅਸਾਈਨ ਕਰ ਸਕਦੇ ਆ ਜਿਹੜਾ ਸ਼ਡਿਊਲ ਕਾਸਟ ਬੈਕਵਰਡ ਕਲਾਸ ਦੇ ਵੈਲਫੇਅਰ ਦਾ ਧਿਆਨ ਰੱਖੂ। ਇਹਨਾਂ ਚਾਰਾਂ ਦੇ ਵਿੱਚੋਂ ਕਿਹੜੀ ਸਟੇਟ ਇਹ ਤਿੰਨ ਸਟੇਟਸ ਵਿੱਚ ਨਹੀਂ ਆਉਂਦੀ? ਦੈਟ ਇਜ਼ ਪੰਜਾਬ ਆਪਸ਼ਨ ਬੀ। ਅਗਲਾ ਕੁਐਸਚਨ ਹੈ ਆਰਟੀਕਲ 200 ਦੇ ਅੰਦਰ ਜਿਹੜੀ ਸਟੇਟ ਗਵਰਨਰ ਦੇ ਕੋਲ ਪਾਵਰ ਦਿੱਤੀ ਗਈ ਹੈ ਬਿੱਲ ਨੂੰ ਲੈ ਕੇ। ਸੋ ਇਹ ਤਿੰਨ ਸਟੇਟਮੈਂਟਸ ਨੇ ਆਪਾਂ ਨੇ ਦੱਸਣਾ ਹੈ ਗਵਰਨਰ ਦੀ ਪਾਵਰ ਦੇ ਨਾਲ ਕਿਹੜੀ ਸਟੇਟਮੈਂਟ ਸਹੀ ਹੈ।
सो ऑल ऑफ द अबव स्टेटमेंट्स आर करेक्ट। पहली स्टेटमेंट कह रही है स्टेट ਲੈਜਿਸਲੇਚਰ ने जो बिल पास करता गवर्नर जे चाहण उस बिल ਨੂੰ ਆਪਣੇ ਕੋਲ ਰੱਖ ਸਕਦੇ ਨੇ, ਵਿਦਹੋਲਡ ਕਰ ਸਕਦੇ ਨੇ, ਜ਼ਰੂਰੀ ਨਹੀਂ ਕਿ ਉਹ ਆਪਣੀ ਹਾਂ ਉਹਦੇ ਉੱਤੇ ਦੇਣ ਹੀ ਦੇਣ। ਦੂਜਾ, ਰਾਸ਼ਟਰਪਤੀ ਦੀ ਕੰਸੀਡਰੇਸ਼ਨ ਦੇ ਲਈ ਬਿੱਲ ਨੂੰ ਆਪਣੇ ਕੋਲ ਰਿਜ਼ਰਵ ਕਰਕੇ ਰੱਖ ਸਕਦੇ ਨੇ। ਤੀਜਾ, ਮਨੀ ਬਿੱਲ ਤੋਂ ਇਲਾਵਾ ਜੇ ਕੋਈ ਹੋਰ ਬਿੱਲ ਉਹਨਾਂ ਕੋਲ ਪਾਸ ਹੋ ਕੇ ਆਇਆ ਹੈ ਤਾਂ ਉਹਦੇ ਉੱਤੇ ਕੋਈ ਰეკਮੈਂਡੇਸ਼ਨ ਉਹਨੂੰ ਰੀਕਨਸੀਡਰੇਸ਼ਨ ਦੇ ਲਈ ਦੁਬਾਰਾ ਲੈਜਿਸਲੇਚਰ ਕੋਲ ਭੇਜ ਸਕਦੇ ਨੇ। ਸੋ ਇਹ ਤਿੰਨੋਂ ਪਾਵਰ ਬਿਲਕੁਲ ਸਹੀ ਨੇ। ਰਾਈਟ ਆਂਸਰ ਹੈ ਆਪਸ਼ਨ ਡੀ। ਆਰਟੀਕਲ 32 ਨੂੰ ਲੈ ਕੇ ਕਿਹੜੀ ਸਟੇਟਮੈਂਟ ਗਲਤ ਹੈ? ਸੋ that is option D. An aggrieved person has no right to complain under article 32 ਜਿੱਥੇ ਫੰਡਾਮੈਂਟਲ ਰਾਈਟ ਵਾਇਲੇਟ ਹੋਇਆ। ਆਰਟੀਕਲ 32 ਤਾਂ ਹੈ ਹੀ ਫੰਡਾਮੈਂਟਲ ਰਾਈਟ ਦੀ ਵਾਇਲੇਸ਼ਨ ਨੂੰ ਪ੍ਰੋਟੈਕਟ ਕਰਨ ਦੇ ਲਈ। ਸੋ ਇਹ ਬਿਲਕੁਲ ਹੀ ਆਪੋਜ਼ਿਟ ਸਟੇਟਮੈਂਟ ਉਰੇ ਲਿਖਤੀ। ਜਿਹੜਾ 6ਵਾਂ ਸ਼ਡਿਊਲ ਹੈ ਉਹਦੇ ਅੰਦਰ ਇਹਨਾਂ ਚਾਰਾਂ ਚੋਂ ਕਿਹੜੀ ਸਟੇਟ ਨਹੀਂ ਮੈਂਸ਼ਨਡ? ਸੋ that is ਮਨੀਪੁਰ, ਆਪਸ਼ਨ ਬੀ। Two provision of Constitution of India that most clearly express power of judicial review. Judicial review ਦੀ power ਹੈ ਆਰਟੀਕਲ 32 ਤੇ 226 in the form of writ. ਚੌਥਾ ਸ਼ਡਿਊਲ ਕਿਸ ਚੀਜ਼ ਨਾਲ ਡੀਲ ਕਰਦਾ? Allocation of seats in the Council of States, ਰਾਜ ਸਭਾ। ਸੱਤਵਾਂ ਸ਼ਡਿਊਲ, ਸੱਤਵੇਂ ਸ਼ਡਿਊਲ ਚ ਤਿੰਨ ਲਿਸਟਾਂ ਨੇ, ਯੂਨੀਅਨ, ਸਟੇਟ, ਕੰਕਰੰਟ, ਵੈਰੀ ਵੈਰੀ ਇੰਪੋਰਟੈਂਟ ਫॉर एग्जाम। ਪਾਵਰ ਆਫ ਅਪਾਇੰਟਮੈਂਟ ਆਫ ਨੈਸ਼ਨਲ ਕਮਿਸ਼ਨ ਫॉर SC ST ਕਿਹੜੇ ਆਰਟੀਕਲ ਚ ਹੈ? ਇਹ ਪਾਵਰ ਹੈ 338 ਤੇ 338 A। ਪ੍ਰੋਵੀਜ਼ਨ ਫॉर ਰਿਪਰੈਜ਼ੈਂਟੇਸ਼ਨ ਆਫ ਐਂਗਲੋ ਇੰਡੀਅਨ ਕਮਿਊਨਿਟੀ ਇਨ ਲੋਕ ਸਭਾ ਕਿਹੜੇ ਆਰਟੀਕਲ ਚ ਹੈ? ਆਰਟੀਕਲ 331, ਆਪਸ਼ਨ A। 3 tier system of ਪੰਚਾਇਤ, ਪਾਰਟ 11, ਆਪਸ਼ਨ C। ਮਨੀ ਬਿੱਲ ਕਿਹੜੇ ਆਰਟੀਕਲ ਡਿਫਾਈਨ ਕੀਤਾ ਗਿਆ? ਸੋ ਆਰਟੀਕਲ 110। ਸੁਪਰੀਮ ਕੋਰਟ ਆਫ ਇੰਡੀਆ ਦੇ ਅਨੁਸਾਰ ਜਿਹੜਾ ਆਰਟੀਕਲ 51A ਕਲੌਜ਼ F ਫੰਡਾਮੈਂਟਲ ਡਿਊਟੀ ਕੰਪੋਜ਼ਿਟ ਕਲਚਰ ਦੀ ਗੱਲ ਕਰਦਾ, ਉਹਦਾ ਮਤਲਬ ਕੀ ਹੈ? ਇਹਦਾ ਮਤਲਬ ਹੈ ਜਿਹੜਾ ਭਾਰਤ ਦਾ ਡਾਈਵਰਸ ਕਲਚਰ ਹੈ ਉਹਨੂੰ ਪ੍ਰੋਟੈਕਟ ਕਰਕੇ ਰੱਖਣਾ ਹੈ, ਆਪਸ਼ਨ A। Which of the following is are listed among directive principle in part 4? So that is first and second equal pay for equal work, uniform civil code, option B is the right answer. Which of the following article of Indian Constitution mentioned doctrine of pleasure? Doctrine of pleasure ਦੀ ਗੱਲ ਹੋ ਰਹੀ ਹੈ ਆਰਟੀਕਲ 310, option C. In which article provision of reservation of SC ST to panchayat has been given? That is article 243D. Term district judge, district judge ਕਿਹੜੇ ਆਰਟੀਕਲ ਗੱਲ ਕੀਤੀ ਗਈ ਹੈ? So this has been talked about in article 233, option D. Which term is not used in preamble? Preamble federal word नहीं use ਕੀਤਾ ਗਿਆ। ਫਿਲੋਸਫੀਕਲ ਫਾਊਂਡੇਸ਼ਨ ਕਿਹੜੀ ਹੈ ਇੰਡੀਅਨ ਸੰਵਿਧਾਨ ਦੀ ਜਿਹਦੇ ਚੋਂ ਵੈਲਿਊਜ਼ ਨਿਕਲਦੀਆਂ ਨੇ? ਉਹ ਹੈ ਪ੍ਰੀਐਮਬਲ, ਆਪਸ਼ਨ ਡੀ। ਵਿਚ ਆਫ ਦ ਫੋਲੋਇੰਗ ਲਿਬਰਟੀ ਇਜ਼ ਨਾਟ ਇੰਬੋਡੀਡ ਇਨ ਪ੍ਰੀਐਮਬਲ? ਇਕਨੋਮਿਕ ਲਿਬਰਟੀ ਦੀ ਕੋਈ ਗੱਲ ਨਹੀਂ ਹੋ ਰਹੀ ਪ੍ਰੀਐਮਬਲ। ਨੈਕਸਟ, ਸੈਕੂਲਰਿਜ਼ਮ ਨੂੰ ਲੈ ਕੇ ਸਟੇਟਮੈਂਟ ਨੇ। ਸਟੇਟ ਕੋਈ ਵੀ ਰਿਲੀਜਨ ਆਪਣੇ ਦੇਸ਼ ਦੇ ਲਈ ਰੈਕੋਗਨਾਈਜ਼ ਨਹੀਂ ਕਰਦੀ। ਫਰਸਟ ਸਟੇਟਮੈਂਟ ਸਹੀ ਹੈ। ਸਰਕਾਰ ਹਰ ਰਿਲੀਜਨ ਨੂੰ ਇਕੁਅਲੀ ਟਰੀਟ ਕਰੂਗੀ। ਸੋ ਰਾਈਟ ਆਂਸਰ ਇਜ਼ ਆਪਸ਼ਨ ਬੀ 1 and 2। ਪ੍ਰੀਐਮਬਲ ਦੇ ਅੰਦਰ ਇਹਨਾਂ ਦੇ ਵਿੱਚੋਂ ਕਿਹੜਾ ਪ੍ਰਿੰਸੀਪਲ, ਕਿਹੜਾ ਇੰਪੋਰਟੈਂਟ ਫੀਚਰ ਹੈ ਜਿਹਦੀ ਗੱਲ ਨਹੀਂ ਹੋ ਰਹੀ? ਸੋ that is option 3, ਜਸਟਿਸ, ਰਿਲੀਜੀਅਸ, ਸੋਸ਼ਲ, ਪੋਲੀਟੀਕਲ। ਉਰੇ ਰਿਲੀਜੀਅਸ ਦੀ ਬਜਾਏ ਇਕਨੋਮਿਕ ਜਸਟਿਸ ਦੀ ਗੱਲ ਹੋ ਰਹੀ ਹੈ। ਸੋ option 3 ਉਰੇ ਗਲਤ ਹੋ ਜਾਂਦੀ ਹੈ। Which of the following is not a feature of Indian Constitution? That is dual citizenship। ਕਿਉਂਕਿ ਭਾਰਤ ਦੇ ਅੰਦਰ ਇਹ ਨਹੀਂ ਕਿ ਤੁਹਾਨੂੰ ਕਿਸੇ ਪੰਜਾਬ ਦੀ, ਹਰਿਆਣਾ ਦੀ ਅਲੱਗ ਤੋਂ ਨਾਗਰਿਕਤਾ ਮਿਲੂ। ਆਪਣੇ ਕੋਲ ਭਾਰਤ ਦੀ ਨਾਗਰਿਕਤਾ ਹੈ, ਸਿਰਫ ਇੱਕ ਸਿੰਗਲ ਸਿਟੀਜ਼ਨਸ਼ਿਪ ਹੈ। ਸਿਟੀਜ਼ਨਸ਼ਿਪ ਐਕਟ 1955 ਦੇ ਅਨੁਸਾਰ ਇੱਕ ਇਨਸਾਨ, ਪਰਸਨ ਭਾਰਤ ਦਾ ਨਾਗਰਿਕ ਕਿਵੇਂ ਬਣ ਸਕਦਾ? ਸੋ ਉਹਦੇ ਲਈ ਚਾਰ ਆਪਸ਼ਨਸ ਨੇ, ਬਾਈ ਬਰਥ, ਬਾਈ ਡਿਸੈਂਟ, by registration, by incorporation of territory, option C is the right answer. Next is citizenship ਨੂੰ ਲੈ ਕੇ, ਨਾਗਰਿਕਤਾ ਨੂੰ ਲੈ ਕੇ ਕਿਹੜੀ ਸਟੇਟਮੈਂਟ ਸਹੀ ਹੈ? So first and second ਦੋਨੋਂ ਹੀ ਸਹੀ ਨੇ। right answer is option C. No person shall be a citizen of India by virtue of article 5 or deemed to be a citizen of India by virtue of article 6, article 8 ਜੇ ਉਹਨੇ ਕਿਸੇ ਹੋਰ ਫੋਰਨ ਸਟੇਟ ਦੀ ਆਪਣੀ ਮਰਜ਼ੀ ਦੇ ਨਾਲ ਸਿਟੀਜ਼ਨਸ਼ਿਪ ਲੈ ਲਈ। ਪਾਰਲੀਮੈਂਟ ਦੇ ਕੋਲ ਪਾਵਰ ਹੈ ਕਿ ਕੋਈ ਵੀ ਪ੍ਰੋਵੀਜ਼ਨ ਬਣਾ ਸਕਦੇ ਨੇ ਸਿਟੀਜ਼ਨਸ਼ਿਪ ਨੂੰ ਐਕਵਾਇਰ ਕਰਨ ਦੀ, ਟਰਮੀਨੇਟ ਕਰਨ ਦੀ, ਜਾਂ ਸਿਟੀਜ਼ਨਸ਼ਿਪ ਨੂੰ ਲੈ ਕੇ ਕਿਸੇ ਵੀ ਹੋਰ ਮੈਟਰ ਉੱਤੇ ਕੋਈ ਲਾਅ ਬਣਾਉਣਾ, ਤਾਂ ਪਾਰਲੀਮੈਂਟ ਦੇ ਕੋਲ ਪੂਰਾ ਹੱਕ ਹੈ। ਸੋ ਦੋਨੋਂ ਸਟੇਟਮੈਂਟ ਸਹੀ ਨੇ। ਆਪਸ਼ਨ C is the right answer. Which of the following feature of citizenship in India is correct? That is option C, single citizenship of whole of India.
ਰਾਈਟ ਟੂ ਇਕੁਐਲਿਟੀ ਦੇ ਅੰਦਰ ਕਿਹੜੀ ਚੀਜ਼ ਨਹੀਂ ਆਉਂਦੀ? ਸੋ ਉਹ ਹੈ ਐਬਸੋਲਿਊਟ ਇਕੁਐਲਿਟੀ। ਕੁਝ ਰਿਸਟ੍ਰਿਕਸ਼ਨਸ ਨੇ ਜਿਹੜੀਆਂ ਰੀਜ਼ਨੇਬਲ ਰਿਸਟ੍ਰਿਕਸ਼ਨ ਕੈਟੇਗਰੀ ਚ ਆਉਂਦੀਆਂ ਨੇ, ਉਹ ਲਗਾਈਆਂ ਜਾਂਦੀਆਂ ਨੇ ਸਰਕਾਰ ਦੇ ਦੁਆਰਾ, ਪਾਰਲੀਮੈਂਟ ਦੇ ਦੁਆਰਾ, ਸੰਵਿਧਾਨ ਦੇ ਦੁਆਰਾ। ਸੋ ਆਪਸ਼ਨ ਬੀ ਇਜ਼ ਦ ਰਾਈਟ ਆਂਸਰ। ਸੰਵਿਧਾਨ ਦੇ ਅਨੁਸਾਰ ਕਿਹੜੀ ਰਾਈਟ ਹੈ ਜਿਹਨੂੰ ਐਮਰਜੈਂਸੀ ਦੇ ਦੌਰਾਨ ਵੀ ਵਾਪਿਸ ਨਹੀਂ ਲੈ ਸਕਦੀ ਸਰਕਾਰ? ਉਹ ਰਾਈਟ ਤੁਹਾਡਾ ਉਸੇ ਤਰ੍ਹਾਂ ਬਰਕਰਾਰ ਰਹੂਗਾ। ਸੋ ਦੈਟ ਇਜ਼ ਰਾਈਟ ਟੂ ਲਾਈਫ, ਆਪਸ਼ਨ। ਫੰਡਾਮੈਂਟਲ ਰਾਈਟ ਨੂੰ ਭਾਰਤ ਦੇ ਸੰਵਿਧਾਨ 'ਚ ਕਿਹੜੇ ਸਾਲ 'ਚ ਐਡ ਕੀਤਾ? ਸੋ ਆਪਸ਼ਨ ਸੀ 1976, 42nd ਅਮੈਂਡਮੈਂਟ ਕਰਕੇ। ਫੰਡਾਮੈਂਟਲ ਰਾਈਟ ਤੇ ਡੀਪੀਐਸਪੀ ਦੇ ਅੰਦਰ ਮੇਨ ਡਿਫਰੈਂਸ ਕੀ ਹੈ? ਸੋ ਉਹ ਹੈ ਜੁਡੀਸ਼ੀਅਲ ਪ੍ਰੋਟੈਕਸ਼ਨ ਦਾ। ਜੇ ਫੰਡਾਮੈਂਟਲ ਰਾਈਟ ਤੁਹਾਡਾ ਕੋਈ ਤੋੜ ਰਿਹਾ, ਵਾਇਲੇਟ ਕਰ ਰਿਹਾ, ਤੁਸੀਂ ਕੋਰਟ ਕੋਲ ਜਾ ਸਕਦੇ ਹੋ, ਪਰ ਡੀਪੀਐਸਪੀ ਦੇ ਲਈ ਕੋਈ ਵੀ ਇਨਫੋਰਸਮੈਂਟ ਨਹੀਂ ਹੈ। ਨੈਕਸਟ ਇਜ਼ ਕਿਹੜੀ ਚੀਜ਼ ਨੂੰ, ਕਿਹੜੇ ਰਾਈਟ ਨੂੰ ਡਾਕਟਰ ਬੀ ਆਰ ਅੰਬੇਦਕਰ ਨੇ ਕਿਹਾ ਸੀ ਦ ਹਾਰਟ ਐਂਡ ਸੋਲ ਆਫ ਕਨਸਟੀਟਿਊਸ਼ਨ? that is right to constitutional remedies, option D। ਤੇ ਇਹ ਕੁਐਸਚਨ ਬਾਰ-ਬਾਰ ਪੇਪਰ 'ਚ ਰਿਪੀਟ ਹੁੰਦਾ ਹੈ। ਨੈਕਸਟ ਹੈ ਸੰਵਿਧਾਨ ਨੇ ਕਿਹੜਾ ਰਾਈਟ ਗਰੰਟੀ ਨਹੀਂ ਕੀਤਾ ਹੋਇਆ? ਸੋ ਉਹ ਹੈ ਸਟ੍ਰਾਈਕ ਕਰਨ ਦਾ ਰਾਈਟ, ਆਪਸ਼ਨ ਸੀ। Consider the following statement in regard to fundamental right for protection of person in respect to conviction for offence। ਸੋ ਇਹਦੇ ਲਈ ਰਾਈਟ ਆਂਸਰ ਹੈ ਆਪਸ਼ਨ 2 B। A person accused of an offence can't be compelled to be a witness against himself। ਆਪਾਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਕਿ ਆਪਣੇ ਖੁਦ ਦੇ ਖਿਲਾਫ ਗਵਾਹੀ। ਇੱਕ ਫੋਰਨ ਦਾ ਸਿਟੀਜ਼ਨ ਹੈ, ਬ੍ਰਿਟਿਸ਼ ਸਿਟੀਜ਼ਨ ਹੈ, ਜਿਹੜਾ ਭਾਰਤ ਦੇ ਅੰਦਰ ਰਹਿ ਰਿਹਾ, ਕਿਹੜਾ ਰਾਈਟ ਕਲੇਮ ਨਹੀਂ ਕਰ ਸਕਦਾ? ਸੋ ਉਹ ਹੈ ਫਰੀडम ਆਫ ਟ੍ਰੇਡ ਐਂਡ ਪ੍ਰੋਫੈਸ਼ਨ, ਆਪਸ਼ਨ A। ਕੰਸੀਡਰ ਦ ਫੋਲੋਇੰਗ ਸਟੇਟਮੈਂਟ, ਮੈਂਡਮਸ ਰਿਟ ਸਿਰਫ ਅਵੇਲੇਬਲ ਹੈ ਜੁਡੀਸ਼ੀਅਲ ਅਥਾਰਟੀ ਦੇ ਅਗੇਂਸਟ ਹੀ ਨਹੀਂ, ਪਰ ਨਾਲ ਇਹਨੂੰ ਆਪਾਂ ਐਡਮਿਨਿਸਟ੍ਰੇਟਿਵ ਅਥਾਰਟੀਜ਼ ਦੇ ਅਗੇਂਸਟ ਵੀ ਇਸ਼ੂ ਕਰਵਾ ਸਕਦੇ ਹਾਂ। ਜੇ ਕਿਸੇ ਨੂੰ ਆਪਾਂ ਨੂੰ ਲੱਗ ਰਿਹਾ ਕਿ ਆਪਣੀ ਅਥਾਰਟੀ ਤੋਂ ਬਾਹਰ ਕੰਮ ਕਰ ਰਿਹਾ ਹੈ ਤਾਂ ਉੱਥੇ ਮੈਂਡੇਮਸ ਰਿਟ ਇਸ਼ੂ ਹੋ ਸਕਦੀ ਹੈ। ਸੋ ਇਟ ਇਜ਼ ਅਵੇਲੇਬਲ ਨਾਟ ਓਨਲੀ ਅਗੇਂਸਟ ਜੁਡੀਸ਼ੀਅਲ ਅਥਾਰਟੀਜ਼ ਬਟ ਆਲਸੋ ਅਗੇਂਸਟ ਐਡਮਿਨਿਸਟ੍ਰੇਟਿਵ ਅਥਾਰਟੀ। ਐਬਸੋਲਿਊਟਲੀ ਕਰੈਕਟ। ਨੈਕਸਟ ਹੈ ਪ੍ਰੋਹਿਬਿਸ਼ਨ ਰਿਟ ਦੇ ਨਾਲ, it is issued only against judicial quasi judicial authority। this is also correct। prohibition writ administrative authority ਉੱਤੇ apply ਨਹੀਂ ਹੁੰਦੀ। so right answer is option C, both 1 and 2। next is match the following kind of question। list 1 writs ਦੇ ਨਾਲ related ਹੈ, list 2 ਵਿੱਚ ground ਹੈ, ਕਿਹੜੇ ਆਧਾਰ ਉੱਤੇ ਕਿਹੜੀ ਆਪਾਂ writ issue ਕਰਵਾ ਸਕਦੇ ਹਾਂ। option A habeas corpus, ਜੇ ਕਿਸੇ ਦੀ unlawful detention ਹੋ ਰਹੀ ਹੈ। ऑप्शन बी मैंडेमस, मैंडेमस है नॉन परफॉर्मेंस ऑफ पब्लिक ड्यूटी, जे कोई अपनी पब्लिक ड्यूटी सही तरीके नाल परफॉर्म नहीं कर रहा, अपनी अथॉरिटी का सही इस्तेमाल नहीं कर रहा। को वारंटो अनलॉफुल ऑक्यूपेशन ऑफ पब्लिक ऑफिस, किसी ਨੂੰ अथॉरिटी नहीं है, बिना किसी पोजीशन तो किसी सरकारी दफ्तर च बैठ के कोई काम कर रहा है। दैन सर्शरी करैक्शनल डायरेक्शन टू सबऑर्डिनेट कोर्ट, कोई छोटे लैवल की कोर्ट गलत काम कर रही है, अपनी अथॉरिटी तो बाहर कर रही है, सो ਉਹਦੇ ਲਈ ਸਰਸ਼ੋਰਰੀ ਹੈ। ਆਪਸ਼ਨ B is the right answer, 2143। which of the following are mentioned under separate article? ਅਲੱਗ ਤੋਂ ਕਿਹੜੇ ਇਹਨਾਂ ਦੇ ਵਿੱਚੋਂ ਫੰਡਾਮੈਂਟਲ ਰਾਈਟ ਆਰਟੀਕਲਸ ਮੈਂਸ਼ਨ ਨੇ? ਸੋ ਇਹ ਚਾਰਾਂ ਦੇ ਲਈ ਹੀ ਅਲੱਗ-ਅਲੱਗ ਆਰਟੀਕਲ ਨੇ। ਰਾਈਟ ਆਂਸਰ ਇਜ਼ ਆਪਸ਼ਨ D, 1, 2, 3 and 4। ਸੁਪਰੀਮ ਕੋਰਟ ਦੇ ਕੋਲ ਹੱਕ ਹੈ ਕਿ ਰਾਈਟ ਟੂ ਲਾਈਫ ਆਰਟੀਕਲ 21 ਨੂੰ ਕਿਹੜੇ ਕੇਸਿਸ ਦੇ ਲਈ ਹੋਰ ਕੀ ਇਨਕਲੂਡ ਕਰ ਸਕਦੀ ਹੈ ਇਹਦੇ ਏਰੀਆ ਨੂੰ ਵਧਾਉਣ ਦੇ ਲਈ। ਸੋ ਉਹ ਹੈ 1 and 2। ਰਾਈਟ ਟੂ ਲਾਈਫ ਦੇ ਵਿੱਚ ਰਾਈਟ ਟੂ ਲਿਵ ਵਿਦ ਡਿਗਨਿਟੀ, ਇੱਜ਼ਤ ਦੇ ਨਾਲ ਜੀਣਾ, ਡਿਗਨਿਟੀ ਦੇ ਨਾਲ ਜੀਣਾ, ਇਹਨੂੰ ਵੀ ਇਨਕਲੂਡ ਕਰ ਸਕਦੀ ਹੈ। ਰਾਈਟ ਟੂ ਲਾਈਵਲੀਹੁਡ, ਬੇਸਿਕ ਰੋਟੀ ਕੱਪੜਾ ਮਕਾਨ ਹਰ ਕਿਸੇ ਦਾ ਹੱਕ ਹੈ, ਇਸ ਚੀਜ਼ ਨੂੰ ਵੀ ਰਾਈਟ ਟੂ ਲਾਈਫ ਸੁਪਰੀਮ ਕੋਰਟ ਐਡ ਕਰ ਸਕਦੀ ਹੈ ਤੇ ਉਹਨੇ ਐਡ ਕੀਤਾ ਬਾਈ ਪਾਸਿੰਗ ਵੇਰੀਅਸ ਲੈਂਡਮਾਰਕ ਜਜਮੈਂਟ। ਸੋ ਆਪਸ਼ਨ B ਇਜ਼ ਦ ਰਾਈਟ ਆਂਸਰ। ਆਰਟੀਕਲ 15 ਦੇ ਅੰਦਰ ਕਿਹੜੀਆਂ ਸਪੈਸ਼ਲ ਪ੍ਰੋਵੀਜ਼ਨਸ ਨੇ? ਸੋ ਇੱਕ ਤਾਂ ਹੈ ਵਿਮਨ ਤੇ ਚਿਲਡਰਨ ਲਈ, ਦੂਜਾ ਸ਼ਡਿਊਲ ਟ੍ਰਾਈਬ ਤੇ ਤੀਜਾ ਹੈ ਸੋਸ਼ਲੀ ਬੈਕਵਰਡ ਕਲਾਸ ਲਈ। ਆਪਸ਼ਨ A ਇਜ਼ ਦ ਰਾਈਟ ਆਂਸਰ। ਨੈਕਸਟ ਅਗੇਨ ਰਿਟਸ ਦੇ ਨਾਲ ਰਿਲੇਟਡ ਕੁਐਸਚਨ ਹੈ। ਦੋਨਾਂ ਸਟੇਟਮੈਂਟ ਜੋ ਆਪਾਂ ਨੇ ਦੱਸਣਾ ਹੈ ਕਿਹੜੀ ਸਟੇਟਮੈਂਟ ਕਰੈਕਟ ਹੈ। ਸੋ ਬੋਥ ਆਰ ਕਰੈਕਟ, ਆਪਸ਼ਨ C, both 1 and 2 is the right answer। quo warranto ਇੱਕ ਬਹੁਤ ਪਾਵਰਫੁਲ ਇੰਸਟਰੂਮੈਂਟ ਹੈ। ਜੇ ਕੋਈ ਪਬਲਿਕ ਆਫਿਸ ਦੀ ਗਲਤ ਯੂਜ਼ ਕਰ ਰਿਹਾ ਹੈ, ਪਬਲਿਕ ਅਥਾਰਟੀ ਦੀ ਉਹਦੇ ਕੋਲ ਪੋਜੀਸ਼ਨ ਨਹੀਂ ਹੈ, ਉਹ ਆਫਿਸ 'ਚ ਬੈਠਣ ਦਾ ਹੱਕ ਨਹੀਂ ਹੈ, ਫਿਰ ਵੀ ਕੋਈ ਗਲਤ ਇਸਤੇਮਾਲ ਕਰ ਰਿਹਾ, ਧੋਖੇ ਨਾਲ ਬੈਠਾ ਕਿਸੇ ਪਬਲਿਕ ਆਫਿਸ, ਤਾਂ ਉਹਦੇ ਅਗੇਂਸਟ ਆਪਾਂ ਕੁਓ ਵਾਰੰਟੋ ਜਾਰੀ ਕਰਵਾ ਸਕਦੇ ਹਾਂ। ਹਾਈ ਕੋਰਟ ਮੈਂਡੇਮਸ ਰਿਟ ਇਸ਼ੂ ਕਰ ਸਕਦੀ ਹੈ ਕਿਸੇ ਵੀ ਕੋਰਟ ਜਾਂ ਜੁਡੀਸ਼ੀਅਲ ਟ੍ਰਾਈਬਿਊਨਲ ਨੂੰ, ਜੇ ਉਹ ਕੋਰਟ ਜਾਂ ਟ੍ਰਾਈਬਿਊਨਲ ਆਪਣੀ ਅਥਾਰਟੀ ਜੂਰਿਸਡਿਕਸ਼ਨ ਤੋਂ ਬਾਹਰ ਜਾ ਕੇ ਕੋਈ ਕੰਮ ਕਰ ਰਿਹਾ ਹੈ, when it has refused to exercise it।
वुई कमांड केड़ी रिट दा लिटरल मीनिंग है? वुई कमांड मैंडेमस दा मतलब है ऑप्शन बी। नेक्स्ट है रिट दे नाल रिलेटेड तीन स्टेटमेंट आपां ने दसना है केड़ी स्टेटमेंट गलत है। सो वो है ऑप्शन ए, सुप्रीम कोर्ट of India and High Court are empowered to issue writ under Article 32 and 226, but Parliament of India conferred this power on any other court in addition to Supreme Court and High Court। बिल्कुल गलत है। पार्लियामेंट ने ਇਹ जी कोई पावर किसी होर कोर्ट ਨੂੰ ਨਹੀਂ ਦਿੱਤੀ। ਰਿਟ ਦੀ ਪਾਵਰ ਸਿਰਫ ਆਰਟੀਕਲ 32 ਤੇ 226 ਦੇ ਅੰਦਰ ਸੁਪਰੀਮ ਕੋਰਟ ਤੇ ਹਾਈ ਕੋਰਟ ਕੋਲ ਹੀ ਹੈ। As per the Constitution of India, writ of prohibition relates to an order. So A option A right answer है 1 and 2। ਇੱਕ ਤਾਂ ਜਿੱਥੇ ਵੀ ਜੁਡੀਸ਼ੀਅਲ ਕੁਆਸਾਈ ਜੁਡੀਸ਼ੀਅਲ ਅਥਾਰਟੀ ਕੋਈ ਗਲਤ ਕੰਮ ਕਰ ਰਹੀ ਹੈ, ਆਪਣੀ ਜੂਰਿਸਡਿਕਸ਼ਨ ਤੋਂ ਬਾਹਰ ਕੰਮ ਕਰ ਰਹੀ ਹੈ, ਉਹਦੇ ਅਗੇਂਸਟ ਇਸ਼ੂ ਕੀਤਾ ਜਾ ਸਕਦਾ ਹੈ। ਸੋ ਨੈਕਸਟ ਸਟੇਟਮੈਂਟ ਵੀ ਇਹਨੂੰ ਹੀ ਫਰਦਰ ਐਕਸਪਲੇਨ ਕਰ ਰਹੀ ਹੈ ਇਸ ਰਿਟ ਨੂੰ, to prohibit an inferior court from proceeding in a particular case ਜਿੱਥੇ ਉਹਦੇ ਕੋਲ ਉਸ ਕੇਸ ਦੀ ਸੁਣਵਾਈ ਲਈ ਉਹਨੂੰ ਡੀਲ ਕਰਨ ਦੀ ਪ੍ਰੋਪਰ jurisdiction power authority नहीं है। Constitution of India guarantee freedom of thought and expression to all citizens subject to, so subject to option A, implementation of directive principle। right answer is option C। ਜਿਹੜੇ ਭਾਰਤ ਦੇ ਨੌਨ ਸਿਟੀਜ਼ਨ ਨੇ, ਕੋਈ ਫੋਰਨਰ ਨੇ, ਉਹਨਾਂ ਦੇ ਕੋਲ ਕਿਹੜੇ ਫੰਡਾਮੈਂਟਲ ਰਾਈਟ ਇੰਜੋਏ ਕਰਨ ਦੀ ਪਾਵਰ ਹੈ ਜਦੋਂ ਇੰਡੀਆ 'ਚ ਨੇ? ਸੋ ਉਹ ਹੈ ਇੱਕ ਤਾਂ ਇਕੁਐਲਿਟੀ ਬਿਫੋਰ ਲਾਅ, ਦੂਜਾ ਪ੍ਰੋਟੈਕਸ਼ਨ ਆਫ ਲਾਈਫ ਐਂਡ ਪਰਸਨਲ ਲਿਬਰਟੀ। option B is the right answer and this is very important for exam। which one of the following is a human right ਤੇ ਨਾਲ ਹੀ ਉਹ fundamental right ਵੀ ਹੈ ਸੰਵਿਧਾਨ ਦੇ ਅੰਦਰ। ਸੋ ਉਹ ਹੈ right to education option B। ਨੈਕਸਟ ਦੋ ਸਟੇਟਮੈਂਟ ਨੇ ਸਰਸ਼ਰੀ ਰਿਟ ਦੇ ਨਾਲ ਰਿਲੇਟਡ, ਆਪਾਂ ਨੇ ਦੱਸਣਾ ਹੈ ਕਿਹੜੀ ਸਟੇਟਮੈਂਟ ਕਰੈਕਟ ਹੈ। ਸੋ ਕਰੈਕਟ ਇਜ਼ ਓਨਲੀ 2, ਆਪਸ਼ਨ B ਇਜ਼ ਦ ਰਾਈਟ ਆਂਸਰ। ਰਿਟ ਆਫ ਸਰਸ਼ਰੀ ਇਜ਼ ਅਵੇਲੇਬਲ ਡਿਊਰਿੰਗ pendency of proceeding। So here the word is pendency before a subordinate court। ਜਦੋਂ ਕੋਈ ਸਬਆਰਡੀਨੇਟ ਕੋਰਟ ਛੋਟੀ ਕੇਸ ਨੇ, ਕਾਫੀ ਸਮੇਂ ਤੋਂ ਕੋਈ ਲਟਕਾਇਆ ਹੋਇਆ ਕੇਸ, ਉਹਦੇ ਉੱਤੇ ਜਲਦੀ ਡਿਸੀਜਨ ਨਹੀਂ ਦੇ ਰਹੀ, ਤਾਂ ਤੁਸੀਂ ਸਰਸ਼ਰੀ ਰਿਟ ਪਾਸ ਕਰਵਾ ਕੇ ਜਿਹੜੀ ਉੱਪਰਲੀ ਸੁਪੀਰੀਅਰ ਅਥਾਰਟੀ ਹੈ ਉਹਨੂੰ ਕਹਿ ਸਕਦੇ ਹੋ ਕਿ ਕੇਸ ਨੂੰ ਆਪਣੇ ਕੋਲ ਟ੍ਰਾਂਸਫਰ ਕਰਵਾ ਕੇ ਇਹਦੀ ਸਪੀਡੀ ਡਿਸਪੋਜ਼ਲ ਕਰ ਦਿਓ। Which of the following statement regarding constitutionality granted right to education in India is correct? So ਇਹਦੇ ਨਾਲ correct ਹੈ option D। right has been given to all Indian children between 6 to 14 years ਤੇ ਇਹ right 86th constitutional amendment 2002 ਦੇ ਅੰਦਰ ਐਡ ਕੀਤਾ ਗਿਆ ਹੈ। ਸੋ ਭਾਰਤ ਦੇ ਅੰਦਰ ਜੋ ਵੀ 6 ਤੋਂ 14 ਸਾਲ ਤੱਕ ਦਾ ਬੱਚਾ ਹੈ ਉਹਦੇ ਕੋਲ ਫੰਡਾਮੈਂਟਲ ਰਾਈਟ ਹੈ ਕਿ ਉਹਨੂੰ ਕੰਪਲੀਟਲੀ ਫ੍ਰੀ ਤੇ ਕੰਪਲਸਰੀ ਐਜੂਕੇਸ਼ਨ ਪ੍ਰੋਵਾਈਡ ਕਰਵਾਈ ਜਾਊ। ਉਹਦੇ ਪੇਰੈਂਟਸ ਦੀ ਰਿਸਪੌਂਸਿਬਿਲਿਟੀ ਹੈ, ਜੇ ਕੋਈ ਵਾਰਡ ਹੈ ਤਾਂ ਉਹਦੇ ਗਾਰਡੀਅਨ ਦੀ ਰਿਸਪੌਂਸਿਬਿਲਿਟੀ ਹੈ। ਨੈਕਸਟ ਇਜ਼ ਵੈਰੀ ਇੰਪੋਰਟੈਂਟ, ਸੰਵਿਧਾਨ ਦੇ ਅੰਦਰ ਕਿਹੜੀ ਅਥਾਰਟੀ ਹੈ, ਕਿਹੜਾ ਆਫਿਸਰ ਹੈ ਜਾਂ ਫਿਰ ਮਿਨਿਸਟਰ ਹੈ ਜਿਹਨੂੰ ਇੱਕ ਪਾਵਰ ਦਿੱਤੀ ਗਈ ਹੈ ਕਿ ਉਹ ਕਿਸੇ ਵੀ ਸ਼ਡਿਊਲਡ ਏਰੀਆ ਨੂੰ ਡਿਕਲੇਅਰ ਕਰ ਸਕਦੇ ਹੈ ਜੋ ਵੀ ਉਹਨਾਂ ਨੂੰ ਲੱਗਦਾ ਹੈ ਕਿ ਇੱਕ ਪਾਰਟਿਕੂਲਰ ਜੀਓਗ੍ਰਾਫਿਕਲ ਏਰੀਆ ਹੈ, ਉਰੇ ਜ਼ਿਆਦਾ ਪੋਪੂਲੇਸ਼ਨ ਹੈ ਸ਼ਡਿਊਲ ਕਾਸਟ ਦੀ ਜਾਂ ਸ਼ਡਿਊਲ ਟ੍ਰਾਈਬਸ ਦੀ। ਸੋ ਉਹਨਾਂ ਨੂੰ ਸ਼ਡਿਊਲਡ ਏਰੀਆ ਡਿਕਲੇਅਰ ਕਰਨ ਦੀ ਪਾਵਰ ਹੈ ਰਾਸ਼ਟਰਪਤੀ ਦੇ ਕੋਲ, ਆਪਸ਼ਨ ਡੀ ਪ੍ਰੈਜ਼ੀਡੈਂਟ। ਲਾਸਟ ਕੁਐਸਚਨ ਹੈ ਆਪਣੇ ਅੱਜ ਦੇ MCQ ਸੀਰੀਜ਼ ਦਾ, following is an example of residuary power in India। residuary power एक चीज उठदी है ਜਦੋਂ ਆਪਾਂ ਤਿੰਨ ਲਿਸਟਾਂ ਦੀ ਗੱਲ ਕਰਦੇ ਹਾਂ, ਯੂਨੀਅਨ ਲਿਸਟ, ਸਟੇਟ ਲਿਸਟ, ਕਨਕਰੈਂਟ ਲਿਸਟ। ਹੁਣ ਕੁਝ ਇਹੋ ਜਿਹੇ ਸਬਜੈਕਟ ਨੇ ਜਿਨ੍ਹਾਂ ਉੱਤੇ ਕੱਲੀ ਸੈਂਟਰ ਦੀ ਸਰਕਾਰ ਲਾਅ ਬਣਾ ਸਕਦੀ ਆ, ਉਹਨਾਂ ਦਾ ਹੱਕ ਹੈ, ਉਹ ਯੂਨੀਅਨ 'ਚ ਪਾਤੇ। ਬਾਕੀ ਸਟੇਟ ਦੇ ਕੋਲ ਜਿਹੜੇ ਹੱਕ ਨੇ ਉਹ ਸਟੇਟ ਲਿਸਟ 'ਚ ਪਾਤੇ। ਜਿੱਥੇ ਦੋਨੋਂ ਸੈਂਟਰ ਤੇ ਸਟੇਟ ਡਿਸੀਜਨ ਲੈ ਸਕਦੀਆਂ ਨੇ ਉਹ ਕਨਕਰੈਂਟ ਲਿਸਟ। ਇਹਨਾਂ ਸਬਜੈਕਟਸ ਤੋਂ ਇਲਾਵਾ ਵੀ ਕੁਝ ਸਬਜੈਕਟ ਬਚ ਜਾਂਦੇ ਨੇ ਜਿਨ੍ਹਾਂ ਨੂੰ ਰੈਜ਼ੀਡਿਊਰੀ ਸਬਜੈਕਟ ਕਿਹਾ ਜਾਂਦਾ ਹੈ। ਸੋ ਉਹਨਾਂ ਨੂੰ ਲੈ ਕੇ ਰੈਜ਼ੀਡਿਊਰੀ ਬਚੀਆਂ ਹੋਈਆਂ ਪਾਵਰਸ ਨੇ ਤੇ ਇਹਨਾਂ ਦੀ ਐਗਜ਼ਾਮਪਲ ਹੈ ਸਰਵਿਸ ਟੈਕਸ, ਆਪਸ਼ਨ ਬੀ। ਸੋ ਦਿਸ ਵਾਸ ਆਲ ਅਬਾਊਟ ਟੁਡੇਜ਼ ਲੈਕਚਰ। ਥੈਂਕ ਯੂ ਐਂਡ ਗੁੱਡ ਲੱਕ।